ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਮਹੱਲਾ ਤੀਜਾ। ਘਰ ਚੌਥਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਹਉ ਬਲਿਹਾਰੈ ਜਾਓ, ਸਾਚੇ ਤੇਰੇ ਨਾਮ ਵਿਟਹੁ। ਕਾਰਣ ਕਾਰਣ ਸਭਨਾ ਕਾ ਏਕੋ, ਅਵਰ ਨ ਦੂਜਾ ਕੋਈ। ਰਹਾਉ ਬਹੁਤੇ ਫੇਰ ਪਏ ਕਿਰਪਨ ਕਉ, ਅਬ ਕਿਛ ਕਿਰਪਾ ਕੀਜੈ। ਹੋ ਦਇਆਲ ਦਰਸ਼ਨ ਦੇਹੋ ਆਪਣਾ, ਐਸੀ ਬਖਸ਼ ਕਰੀਜੈ। ਭਨਤ ਨਾਨਕ ਭਰਮ ਪਟ ਖੂਲੇ, ਗੁਰ ਪ੍ਰਸਾਦੀ ਜਾਣਿਆ। ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ। ਭਨਤ ਨਾਨਕ ਭਰਮ ਪਟ ਖੂਲੇ, ਗੁਰ ਪ੍ਰਸਾਦੀ ਜਾਣਿਆ। ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਦ ਵਿੱਚ, ਗੁਰੂ ਪਿਆਰ ਸ਼ਰਧਾ ਸਤਿਕਾਰ ਵਿੱਚ ਨਿਤਾ ਪ੍ਰਤੀ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਪਾਵਨ ਪਵਿੱਤਰ ਮੁੱਖ ਵਾਕ ਦੀ, ਗੁਰ ਸ਼ਬਦ ਦੀ, ਵਿਚਾਰ ਦੀ ਸਾਂਝ ਪਾਉਣ ਵਾਸਤੇ ਹਾਜ਼ਰੀਆਂ ਭਰ ਸਮੂਹ ਹਾਜ਼ਰੀਨ, ਆਪ ਵੱਡਿਆਂ ਭਾਗਾਂ ਵਾਲੇ ਹੋ। ਸਤਿਗੁਰੂ ਜੀ ਨੇ ਤਰੁੱਟ ਕੇ ਇਹ ਸੁਭਾਗ ਘੜੀਆਂ ਬਖਸ਼ਿਸ਼ ਕੀਤੀਆਂ ਕਿ ਜਿਨ੍ਹਾਂ ਘੜੀਆਂ ਵਿੱਚ ਅਸੀਂ ਬੈਠ ਕੇ ਆਪਣੀ ਸੁਰਤ ਬਿਰਤ ਵਿੱਚ ਗੁਰੂ ਕੇ ਸ਼ਬਦ ਨੂੰ
ਵਸਾ ਸਕਦੇ ਹਾਂ, ਗੁਰੂ ਕੀ ਗੋਦ ਦਾ ਆਨੰਦ ਮਾਣ ਸਕਦੇ ਹਾਂ, ਗੁਰੂ ਦੇ ਦੱਸੇ ਮਾਰਗ 'ਤੇ ਚੱਲ ਕੇ ਆਪਣੇ ਜੀਵਨ ਨੂੰ ਖੁਸ਼ਨੁਮਾ ਆਨੰਦਮਈ ਬਣਾ ਸਕਦੇ ਹਾਂ। ਸਮੁੱਚੇ ਸੰਸਾਰ ਦੇ ਅੰਦਰ ਇੱਕ ਪੰਛੀ ਦੀ ਝਾਤ ਮਾਰੀਏ ਤੇ ਸਮੁੱਚਾ ਸੰਸਾਰ ਨਸ਼ਿਆਂ ਵਿੱਚ, ਵਿਸ਼ਿਆਂ ਵਿੱਚ ਬੜੀ ਬੁਰੀ ਤਰ੍ਹਾਂ ਨਾਲ ਡੁੱਬਿਆ ਪਿਆ ਹੈ। ਜੇ ਕੋਈ ਨਸ਼ੇ ਤੋਂ ਵੀ ਬਚਿਆ ਹੈ, ਉਹ ਵਿਸ਼ੇ ਵਿਕਾਰਾਂ ਵਿੱਚ ਗਲਤਾਨ ਹੋ ਚੁੱਕਿਆ ਹੈ। ਇਹ ਅੱਜ ਨਹੀਂ, ਅੱਜ ਤੋਂ ਪਹਿਲਾਂ ਵੀ ਇਵੇਂ ਰਿਹਾ, ਕਿਉਂਕਿ ਉਹਦਾ ਮੁੱਖ ਕਾਰਨ ਹੈ ਜਿਹੜਾ ਜੀਵ ਇਸ ਧਰਤੀ 'ਤੇ ਆਇਆ ਹੈ ਉਹ ਜ਼ਿੰਦਗੀ ਦੇ ਆਪਣੇ ਅਸਲ ਮਕਸਦ ਨਾਲੋਂ, ਅਸਲ ਮਨੋਰਥ ਨਾਲੋਂ ਟੁੱਟ ਚੁੱਕਿਆ ਹੈ। ਤੇ ਜਦੋਂ ਅਸਲ ਮਨੋਰਥ ਨਾਲੋਂ, ਅਸਲ ਮਕਸਦ ਨਾਲੋਂ ਜੀਵ ਟੁੱਟ ਜਾਵੇਗਾ, ਮੂਲ ਨਾਲੋਂ ਟੁੱਟ ਜਾਵੇਗਾ, ਤੇ ਫਿਰ ਉਹਦੀ ਇਹ ਹਾਲਤ ਹੋਣੀ ਸੁਭਾਵਿਕ ਗੱਲ ਹੈ। ਹੁਣ ਜੀਵ ਅਗਿਆਨਤਾ ਵਸ ਅੰਧੇਰੇ ਵਿੱਚ, ਤੇ ਸਤਿਗੁਰੂ ਜੀ ਨੇ ਇਸ ਸੰਸਾਰ ਦੇ ਵਿੱਚ ਗੁਰਬਾਣੀ ਜਿਹੜੀ ਹੈ, ਇਸ ਜਗ ਮੈਂ ਚਾਨਣ, ਸੰਸਾਰ ਵਿੱਚ ਇੱਕ ਪ੍ਰਕਾਸ਼, ਕਿਉਂਕਿ ਜਿਹੜਾ ਬਾਹਰ ਦਾ ਅੰਧੇਰਾ ਹੈ, ਬਾਹਰ ਦਾ ਅੰਧੇਰਾ ਲਾਈਟਾਂ ਜਗਾ ਕੇ, ਟਿਊਬਾਂ ਜਗਾ ਕੇ, ਕਈ ਤਰੀਕਿਆਂ ਨਾਲ ਰੌਸ਼ਨੀ ਕੀਤੀ ਜਾਂਦੀ ਹੈ, ਖਤਮ ਕੀਤਾ ਜਾਂਦਾ ਹੈ। ਲੇਕਿਨ ਜਿਹੜਾ ਆਤਮਿਕ ਅੰਧੇਰਾ ਹੈ ਉਹ ਕੇਵਲ ਤੇ ਕੇਵਲ ਗੁਰੂ ਕੇ ਸ਼ਬਦ ਦੁਆਰਾ ਹੀ ਦੂਰ ਹੁੰਦਾ ਹੈ। ਸੋ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ 10 ਪਾਤਸ਼ਾਹੀਆਂ ਦੀ ਜੋਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੋ ਕੇ ਜੋ ਇਸ ਸੜ ਬਲ ਰਹੀ ਲੁਕਾਈ ਨੂੰ ਅੰਮ੍ਰਿਤ ਬਚਨ, ਅੰਮ੍ਰਿਤ ਰੂਪੀ ਬਚਨ ਬਖਸ਼ਿਸ਼ ਕਰਕੇ ਸ਼ਾਂਤੀ ਪ੍ਰਦਾਨ ਕਰਨ ਲਈ ਸਾਡੀ ਝੋਲੀ ਵਿੱਚ ਪਾਇਆ, ਸਾਨੂੰ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਨੇ ਇਹ ਪਾਵਨ ਪਵਿੱਤਰ ਬਚਨ ਤੀਜੇ ਪਾਤਸ਼ਾਹ ਜੀ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਇਆ ਹੈ। ਸੋ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ 'ਤੇ ਅਸੀਂ ਸੀਸ ਝੁਕਾਉਂਦੇ ਹਾਂ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ ਸੰਸਾਰ ਵਿੱਚ ਇੰਨੇ ਵੱਡੇ ਕਦਮ ਪੁੱਟੇ। ਸੰਸਾਰ ਦੇ ਵਿੱਚ ਖਾਸ ਕਰਕੇ ਜਿਹੜਾ ਸਿਧਾਂਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸੀ, ਉਸ ਨੂੰ ਹੋਰ ਅੱਗੇ ਤੋਰਨ ਦਾ ਯਤਨ ਕੀਤਾ, ਕਿਉਂਕਿ ਸੰਸਾਰ ਵਿੱਚ ਬਹੁਤ ਵੱਡਾ ਪਾੜਾ ਪਿਆ ਸੀਗਾ। ਗਰੀਬ ਤੇ ਅਮੀਰ ਦਾ ਪਾੜਾ ਪੈ ਚੁੱਕਾ ਸੀ, ਔਰਤ ਤੇ ਮਰਦ ਦਾ ਪਾੜਾ ਪੈ ਚੁੱਕਾ ਸੀ, ਜਿਸ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਖਤਮ ਕਰ ਕੀਤਾ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਤਾਂ ਔਰਤ ਨੂੰ ਸਤੀ ਹੋਣ ਤੋਂ ਜਿਹੜਾ ਸੀਗਾ ਘੁੰਡ ਕੱਢਣ ਦੀ ਪ੍ਰਥਾ, ਸਤੀ ਪ੍ਰਥਾ ਖਤਮ ਕੀਤੀਆਂ। ਲੇਕਿਨ ਇੱਕ ਅਹਿਮ ਗੱਲ, ਜਦੋਂ ਅਕਬਰ ਬਾਦਸ਼ਾਹ ਦੇ ਕੋਲ ਸ਼ਿਕਾਇਤਾਂ ਕਰਦੇ ਨੇ ਅਖੌਤੀ ਧਾਰਮਿਕ ਲੋਕ, ਕੱਟੜਵਾਦੀ ਲੋਕ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਖਿਲਾਫ ਸ਼ਿਕਾਇਤਾਂ ਕਰਦੇ ਹਨ, ਤੇ ਉਸ ਵਕਤ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਅਕਬਰ ਬਾਦਸ਼ਾਹ ਇੱਕ ਸੁਨੇਹਾ ਭੇਜਦਾ ਹੈ। ਸੁਨੇਹਾ ਭੇਜਦਾ ਕਿ ਤੁਸੀਂ ਆ ਕੇ ਆਪਣਾ ਪੱਖ ਦੱਸੋ, ਕਿਉਂਕਿ ਅਕਬਰ ਬਾਦਸ਼ਾਹ ਇੱਕ ਨਿਆਂ ਪਸੰਦ ਰਾਜਾ ਸੀ, ਤੇ ਉਹਨੇ ਇਹ ਗੱਲ ਕਹੀ ਕਿ ਤੁਸੀਂ ਆ ਕੇ ਆਪਣਾ ਪੱਖ ਰੱਖੋ। ਕਹਿੰਦਾ ਮੈਂ ਦੂਸਰਾ ਪੱਖ ਸੁਣੇ ਤੋਂ ਬਿਨਾਂ ਕੋਈ ਡਿਸੀਜਨ ਨਹੀਂ ਲਵਾਂਗਾ, ਕੋਈ ਫੈਸਲਾ ਨਹੀਂ ਕਰਾਂਗਾ। ਭਾਵੇਂ ਅੱਜ ਕੱਲ੍ਹ ਤੇ ਕੰਨਾਂ ਦੇ ਕੱਚੇ ਲੋਕ ਇੱਕ ਪੱਖ ਸੁਣ ਕੇ ਹੀ ਫੈਸਲੇ ਦੇ ਦਿੰਦੇ ਨੇ, ਕਈ ਐਸੇ ਰਾਜੇ ਵੀ ਹੁੰਦੇ ਨਾ ਦੂਸਰੇ ਦਾ ਪੱਖ ਸੁਣਨਾ ਹੀ ਨਹੀਂ। ਪਰ ਅਕਬਰ ਬਾਦਸ਼ਾਹ ਨਿਆਂ ਪਸੰਦ ਰਾਜਾ ਸੀ, ਤੇ ਉਹਨੇ ਇਹ ਕਿਹਾ ਕਿ ਦੂਸਰਾ ਪੱਖ, ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਸੁਨੇਹਾ ਭੇਜਿਆ, ਜਾਂ ਆਪ ਆਓ ਜਾਂ ਆਪਣਾ ਕੋਈ ਪ੍ਰਤੀਨਿਧ ਭੇਜੋ। ਤੇ ਉਸ ਵਕਤ ਭਾਈ ਜੇਠਾ ਜੀ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਭੇਜਿਆ। ਸਾਰੇ ਪੱਖਾਂ ਦੇ ਜਵਾਬ ਬੜੇ ਵਧੀਆ ਦਿੱਤੇ, ਤਕਰੀਬਨ ਉਹ ਤੁਸੀਂ ਸੁਣੇ ਹੋਣਗੇ। ਇੱਕ ਅਹਿਮ ਜਵਾਬ ਸੀਗਾ ਕਿ ਜਦੋਂ ਉਹਨਾਂ ਨੇ ਕਿਹਾ ਕਿ ਇਹ ਵੇਖੋ ਜੀ, ਇਹਨਾਂ ਨੇ ਔਰਤ ਨੂੰ ਬਰਾਬਰ ਦਾ ਦਰਜਾ ਦੇ ਦਿੱਤਾ ਹੈ। ਤੇ ਉਸ ਵਕਤ ਭਾਈ ਜੇਠਾ ਜੀ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ ਜੀ ਇਹ ਤੇ ਦਿਨ ਦਿਹਾੜੇ ਚਿੱਟੇ ਦਿਨ ਕਤਲ ਹੈ, ਔਰਤ ਨੂੰ ਪਤੀ ਦੇ ਨਾਲ ਸਤੀ ਹੋਣਾ ਪੈ ਜਾਵੇ, ਇਹ ਇੱਕ ਤਰ੍ਹਾਂ ਦਾ ਬੜਾ ਵੱਡਾ ਕਤਲ ਹੈ। ਇਹ ਤੇ ਸਗੋਂ ਇੱਕ ਕਾਨੂੰਨ ਬਣਨਾ ਚਾਹੀਦਾ, ਇੱਕ ਪੱਕੇ ਤੌਰ ਤੇ ਕਾਨੂੰਨ ਬਣਨਾ ਚਾਹੀਦਾ, ਇਹ ਔਰਤ ਨੂੰ ਸਤੀ ਹੋਣੋਂ ਬੰਦ ਹੋਣਾ ਚਾਹੀਦਾ ਹੈ।
ਤੇ ਇਹ ਜਿਹੜੀ ਸਭ ਤੋਂ ਵੱਡੀ ਜਿਹੜੀ ਔਰਤ ਦੇ ਹੱਕ ਵਿੱਚ ਨਾਰਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ, ਜਿਹੜਾ ਸਤੀ ਪ੍ਰਥਾ ਧੰਨ ਗੁਰੂ ਅਮਰਦਾਸ ਜੀ ਨੇ ਮਹਾਰਾਜ ਜੀ ਨੇ ਲਾਗੂ ਕਰਾਈ ਸੀ ਨਾ, ਸ਼ੁਰੂ ਕੀਤੀ ਸੀ, ਉਹਦੇ ਹੱਕ ਵਿੱਚ ਕਾਨੂੰਨ ਅਕਬਰ ਬਾਦਸ਼ਾਹ ਤੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਣਵਾਇਆ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਇੱਕ ਵਾਰ ਫਿਰ ਪੜ੍ਹੀਏ, ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ। ਭੈਣੋ ਤੁਸੀਂ ਵੀ ਪੜੋ, ਆਖੋ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ। ਤਿਨਾਂ ਦੇ ਪਾਵਨ ਪਵਿੱਤਰ ਅਸਥਾਨ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੱਜ ਪ੍ਰਕਾਸ਼ਮਾਨ ਹੋ ਕੇ ਇਹ ਅੰਮ੍ਰਿਤ ਬਚਨ ਸਾਡੀ ਝੋਲੀ ਵਿੱਚ ਪਾਇਆ ਹੈ, ਬਖਸ਼ਿਸ਼ ਕੀਤਾ ਹੈ। ਤੇ ਮੈਂ ਇਹ ਕਹਿ ਵੀ ਦੇਵਾਂ ਕਿ ਭੈਣੋ ਖਾਸ ਕਰਕੇ ਤੁਸੀਂ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਹਿਰਦੇ 'ਚੋਂ ਨਾ ਵਿਸਾਰਿਓ, ਕਿਸੇ ਪਖੰਡੀਆਂ ਦੰਭੀਆਂ ਕਰਮ ਕਾਂਡੀਆਂ ਦੇ ਪਿੱਛੇ ਨਾ ਲੱਗ ਜਾਇਓ ਜੇ, ਕਿਉਂਕਿ ਐਸਾ ਗੁਰੂ ਕਦੀ ਵੀ ਸੰਸਾਰ ਵਿੱਚ ਨਹੀਂ ਮਿਲ ਸਕਦਾ ਜਿਹੜਾ ਆਪ ਮੁਕਤ ਹੈ ਤੇ ਸੰਸਾਰ ਨੂੰ ਮੁਕਤੀ ਦੀ ਦਾਤ ਬਖਸ਼ਦਾ ਹੈ। ਸੋ ਆਓ ਇਸ ਪਾਵਨ ਪਵਿੱਤਰ ਵਿਚਾਰ ਨੂੰ ਸਾਂਝਾ ਕਰਨ ਲਈ ਇੱਕ ਵਾਰਾਂ ਸਾਂਝ ਕਰੀਏ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਮਹੱਲਾ ਤੀਜਾ। ਘਰ ਚੌਥਾ। ਇਹ ਧਨਾਸਰੀ ਰਾਗ ਦੇ ਅੰਦਰ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 666 ਅੰਕ ਦੇ ਉੱਤੇ ਸੁਭਾਇਮਾਨ ਹੈ। ਇਸ ਪਾਵਨ ਪਵਿੱਤਰ ਨੂੰ ਜਿੱਥੇ ਧਨਾਸਰੀ ਰਾਗ ਵਿੱਚ ਉਚਾਰਨ ਕੀਤਾ, ਉੱਥੇ ਚੌਥੇ ਘਰ ਵਿੱਚ ਗਾਉਣ ਦੀ ਹਦਾਇਤ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੋਈ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਦੋਂ ਵੀ ਕਿਸੇ ਸ਼ਬਦ ਦੀ ਵਿਚਾਰ ਨੂੰ ਸੁਣਨਾ ਹੋਵੇ, ਕਰਨਾ ਹੋਵੇ, ਪੜ੍ਹਨਾ ਹੋਵੇ, ਜਾਂ ਕਿਸੇ ਇਤਿਹਾਸ ਦੇ ਚੈਪਟਰ ਨੂੰ ਪੜ੍ਹਨਾ ਹੋਵੇ, ਸਮਝਣਾ ਹੋਵੇ, ਤੇ ਦੋ ਗੱਲਾਂ ਜ਼ਿਹਨ 'ਚ ਰੱਖਣੀਆਂ ਬਹੁਤ ਜ਼ਰੂਰੀ ਹੋ ਜਾਂਦੀਆਂ। ਇੱਕ ਤਾਂ ਇੱਕ ਨੂੰ ਜ਼ਿਹਨ 'ਚ ਰੱਖਣਾ ਬਹੁਤ ਲਾਜ਼ਮੀ ਹੈ, ਉਹ ਪਰਮਾਤਮਾ ਇੱਕ ਹੈ। ਕਿਹੜਾ? ਜਿਹਦਾ ਨਾਮ ਸਦੀਵ ਕਾਲ ਹੈ, ਜਿਹੜਾ ਸਦੀਵ ਕਾਲ ਹੋਂਦ ਹਸਤੀ ਵਾਲਾ ਹੈ, ਜਿਹੜਾ ਆਦ ਸੱਚ ਜੁਗਾਦ ਸੱਚ। ਆਦ ਸੱਚ ਤੋਂ ਭਾਵ ਜਦੋਂ ਸ੍ਰਿਸ਼ਟੀ ਨਹੀਂ ਸੀ ਬਣੀ ਉਦੋਂ ਵੀ ਉਸ ਪਰਮਾਤਮਾ ਦੀ ਹੋਂਦ ਹਸਤੀ ਸੀ। ਜੁਗਾਂ ਜੁਗੰਤਰਾਂ ਤੋਂ ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਉਦੋਂ ਤੋਂ ਉਸ ਪਰਮਾਤਮਾ ਦੀ ਹੋਂਦ ਹਸਤੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਹੁਣ ਵੀ ਨਾਨਕ ਹੋਸੀ ਵੀ ਸੱਚ। ਤੇ ਆਉਣ ਵਾਲੇ ਵਕਤ 'ਚ ਵੀ ਚਾਹੇ ਸ੍ਰਿਸ਼ਟੀ ਨਹੀਂ ਵੀ ਹੋਵੇਗੀ ਤਾਂ ਵੀ ਉਹ ਪਰਮਾਤਮਾ ਸਦੀਵ ਕਾਲ ਹੈ, ਜਿਹਨੂੰ ਅਸੀਂ ਕਹਿੰਦੇ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਉਹ ਪ੍ਰਭੂ ਪਰਮਾਤਮਾ ਇੱਕ ਹੈ ਜਿਸ ਦਾ ਨਾਮ ਸਦੀਵ ਕਾਲ ਹੈ, ਸਦੀਵ ਹੋਂਦ ਹਸਤੀ ਵਾਲਾ ਹੈ। ਤੇ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਵੀ ਉਹ ਪਰਮਾਤਮਾ ਇੱਕ ਹੈ, ਆਪ ਹੈ। ਸਾਰੀ ਕਾਇਨਾਤ ਨੂੰ ਸਾਜਣ ਵਾਲਾ ਵੀ ਉਹ ਆਪ ਹੈ, ਇੱਕ ਹੈ। ਤੇ ਜਿਹੜਾ ਸ੍ਰਿਸ਼ਟੀ ਦਾ ਕ੍ਰੀਏਟਰ ਹੈ ਉਹ ਨਿਰਭਉ ਹੈ, ਕਿਉਂਕਿ ਭਉ ਉਸ ਤੋਂ ਦੂਸਰੀ ਸ਼ਕਤੀ ਦਾ ਹੁੰਦਾ ਹੈ, ਤੇ ਉਹਦੇ ਤੋਂ ਦੂਸਰੀ ਸ਼ਕਤੀ ਕੋਈ ਹੋਰ ਹੈ ਹੀ ਨਹੀਂ ਹੈ। ਉਸ ਤੋਂ ਵੱਡੀ ਸ਼ਕਤੀ ਦਾ ਡਰ ਹੁੰਦਾ ਹੈ, ਤੇ ਵੱਡੀ ਸ਼ਕਤੀ ਕੋਈ ਨਹੀਂ ਹੈ। ਜਦੋਂ ਵੱਡੀ ਸ਼ਕਤੀ ਕੋਈ ਨਹੀਂ ਫਿਰ ਉਹਨੂੰ ਡਰ ਕਾਹਦਾ ਹੈ? ਉਹ ਨਿਰਭਉ ਹੈ ਤੇ ਉਹ ਨਿਰਵੈਰ ਵੀ ਹੈ। ਉਸ ਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ। ਇਹ ਗੱਲ ਕਈ ਵਾਰਾਂ ਸਾਨੂੰ ਐ ਲੱਗਦੀ ਹੈ ਕਿ ਅਸੀਂ ਸਹਿ ਸੁਭਾਅ ਕਿਤੇ ਕੋਈ ਅਣਸੁਖਾਵੀਂ ਮਨੁੱਖ ਨਾਲ ਜ਼ਿੰਦਗੀ ਵਿੱਚ ਕੋਈ ਘਟਨਾ ਵਾਪਰ ਜਾਵੇ, ਕਹਿ ਦਿੰਦੇ ਰੱਬਾ ਇਹ ਕਿਹੜੇ ਯੁੱਗ ਦਾ ਬਦਲਾ ਲਿਆਈ, ਕਿਹੜਾ ਲੋੜਾ ਮਾਰੇ। ਇਹਦਾ ਮਤਲਬ ਰੱਬ ਬਦਲੇ ਲੈਂਦਾ ਹੈ? ਨਹੀਂ, ਇੱਥੇ ਸਮਝਣਾ ਚਾਹੀਦਾ ਹੈ ਦੱਦਾ ਦੋਸ਼ ਨਾ ਦੇਉ ਕਿਸੀ, ਦੋਸ਼ ਕਰਮਾਂ ਆਪਣਿਆਂ। ਇਹ ਸਾਡੇ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਹੈ ਜਿਹੜਾ ਅਸੀਂ ਪ੍ਰਾਪਤ ਕੀਤਾ ਹੈ।
ਉਹ ਤੇ ਨਿਰਵੈਰ ਹੈ, ਉਹ ਕਿਸੇ ਨਾਲ ਵੈਰ ਨਹੀਂ ਰੱਖਦਾ, ਉਹਦਾ ਕਿਸੇ ਨਾਲ ਕੋਈ ਵੈਰ ਨਹੀਂ। ਤੇ ਜਿਹੜਾ ਪਰਮਾਤਮਾ ਜਿਸ ਦੀ ਸ਼ਕਤੀ ਤੇ ਕੋਈ ਸਮੇਂ ਦਾ ਅਸਰ ਨਹੀਂ ਹੈ, ਉਹ ਪਰਮਾਤਮਾ ਜਿਹਦੀ ਹੋਂਦ ਹਸਤੀ ਆਪਣੇ ਆਪ ਤੋਂ ਹੈ, ਤੇ ਉਹ ਪਰਮਾਤਮਾ ਜਿਹੜਾ ਇੱਕ ਹੈ, ਜਿਹੜਾ ਜੰਮਦਾ ਮਰਦਾ ਨਹੀਂ, ਜਿਹਦੀ ਹੋਂਦ ਹਸਤੀ ਆਪਣੇ ਆਪ ਤੋਂ, ਤੇ ਉਸ ਨੂੰ ਮਿਲਣਾ ਹੋਵੇ ਤੇ ਗੁਰੂ ਦੀ ਕਿਰਪਾ ਦੁਆਰਾ ਮਿਲਿਆ ਜਾ ਸਕਦਾ ਹੈ। ਇੱਥੇ ਸਤਿਗੁਰੂ ਜੀ ਨੇ ਜਿਹੜਾ ਇਹ ਪਾਵਨ ਪਵਿੱਤਰ ਬਚਨ ਸਾਨੂੰ ਬਖਸ਼ਿਸ਼ ਕੀਤਾ ਹੈ, ਉਹ ਪਰਮਾਤਮਾ ਇੱਕ ਹੈ, ਜਿਸ ਵਰਗਾ ਕੋਈ ਦੂਸਰਾ ਹੋਰ ਹੈ ਹੀ ਨਹੀਂ। ਉਹ ਪਰਮਾਤਮਾ, ਉਹ ਸ਼ਕਤੀ, ਤੇ ਜੋ ਇੱਕ ਰਸ ਸਭ ਜਗ੍ਹਾ ਵਿਆਪਰ ਹੈ। ਇਹ ਨਹੀਂ ਕਿਤੇ ਵਧੇਕ ਹੈ, ਕਿਤੇ ਘੱਟ ਹੈ। ਸਾਨੂੰ ਕਦੀ ਇਹਦਾ ਲੱਗਦਾ ਹੈ ਕਿ ਸਾਡੇ ਹੁਣ ਜ਼ਿਆਦੀ ਬਖਸ਼ਿਸ਼ ਹੈ, ਹੁਣ ਘੱਟ ਬਖਸ਼ਿਸ਼ ਹੈ। ਇਹ ਸਾਡੇ ਸਮਝਣ ਦੀ ਗੱਲ ਹੈ। ਅਸਲ ਵਿੱਚ ਉਹਦੀ ਬਖਸ਼ਿਸ਼ ਸਦਾ ਖੁੱਲੇ ਭੰਡਾਰੇ ਉਹ ਬਖਸ਼ੀ ਜਾਂਦਾ ਹੈ। ਸਾਨੂੰ ਸਮਝ ਸਾਡੀ ਮੁਤਾਬਕ ਸਾਡੇ ਆਉਂਦੇ ਆ, ਲੇਕਿਨ ਉਹ ਬਖਸ਼ਿਸ਼ ਦਾ ਦਾਤਾ ਹੈ, ਉਹ ਪਰਮਾਤਮਾ ਇੱਕ ਹੈ, ਤੇ ਇੱਕ ਰਸ ਹਮੇਸ਼ਾ ਵਿਆਪਦਾ ਹੈ। ਤੇ ਉਸ ਐਸੇ ਪਰਮਾਤਮਾ ਨੂੰ ਮਿਲਣਾ ਹੋਵੇ ਤੇ ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ, ਪ੍ਰਸਾਦ ਕਿਰਪਾ, ਉਸ ਦੀ ਕਿਰਪਾ। ਇੱਥੇ ਦੱਦੇ ਨੂੰ ਸਿਹਾਰੀ ਲੱਗੀ ਹੈ ਜੀ, ਗੁਰ ਪ੍ਰਸਾਦ। ਜਿਹੜੀ ਦੱਦੇ ਨੂੰ ਸਿਹਾਰੀ ਲੱਗੀ ਹੈ ਨਾ, ਇਹਦਾ ਮਤਲਬ ਹੈ ਕਰਨ ਕਾਰਕ ਹੈ। ਜਦੋਂ ਕਰਨ ਕਾਰਕ ਹੈ ਤੇ ਇਹਦਾ ਮਤਲਬ ਹੋ ਜਾਏਗਾ ਕਿ ਗੁਰੂ ਦੀ ਕਿਰਪਾ ਦੁਆਰਾ, ਗੁਰੂ ਦੀ ਰਾਹੀਂ ਇਹ ਜਿਹੜੀ ਹੈ ਉਸ ਪਰਮਾਤਮਾ ਦੇ ਨਾਲ, ਇੱਕ ਦੇ ਨਾਲ ਮਿਲਿਆ ਜਾ ਸਕਦਾ। ਕਈ ਵਾਰ ਨਾ ਸਾਨੂੰ ਇਹ ਜਿਹੜੀਆਂ ਲਗਾ ਮਾਤਰਾਵਾਂ ਨੇ ਸਾਨੂੰ ਵਾਧੂ ਲੱਗਦੀਆਂ ਨੇ, ਕੋਈ ਵਾਧੂ ਨਹੀਂ ਹੈ, ਇਹਨਾਂ ਦਾ ਕੋਈ ਬਹੁਤ ਵੱਡਾ ਮੀਨਿੰਗ ਹੈ। ਗੁਰੂ ਦੀ ਕਿਰਪਾ ਦੁਆਰਾ ਉਸ ਪ੍ਰਭੂ ਪਰਮਾਤਮਾ ਨਾਲ ਮਿਲਿਆ ਜਾ ਸਕਦਾ ਹੈ। ਸੱਚੇ ਗੁਰੂ ਦੇ ਰਾਹੀਂ ਹੀ ਉਸ ਨਾਲ ਮਿਲਾਪ ਹੋ ਸਕਦਾ ਹੈ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਵਾਹਿਗੁਰੂ ਸੱਚੇ ਪਾਤਸ਼ਾਹ ਹੀ ਅਕਾਲ ਪੁਰਖ ਵਾਹਿਗੁਰੂ ਜੀ, ਦਾਤਾਂ ਦੇਣ ਵਾਲਾ ਉਹ ਦਾਤਾ ਇੱਕ ਹੈ। ਅਸੀਂ ਸਾਰੇ ਉਹਦੇ ਦਰ ਦੇ ਮੰਗਤੇ ਹਾਂ। ਅਸਲ ਵਿੱਚ ਕਈ ਵਾਰ ਮਨੁੱਖ ਭੁਲੇਖਾ ਖਾ ਜਾਂਦਾ ਹੈ, ਬੰਦਿਆਂ ਨੂੰ ਵੀ ਦਾਤਾ ਸਮਝ ਲੈਂਦਾ ਹੈ, ਤੇ ਬੰਦਿਆਂ ਦੀ ਟੇਕ ਆਸਰੇ ਤੱਕਦਾ ਹੈ। ਇਸ ਸੰਸਾਰ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਹੈ। ਭਾਵੇਂ ਗੁਰਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਾਰ-ਬਾਰ ਇਹ ਗੱਲਾਂ ਸਮਝਾਈਆਂ ਕਿ ਮਾਨੁਖ ਕੀ ਟੇਕ ਬਿਰਥੀ ਸਭ ਜਾਨ। ਇੱਕ ਅੱਖੀਂ ਡਿੱਠੀ ਘਟਨਾ ਸਾਂਝੀ ਕਰਾਂ। ਅਸੀਂ ਪੱਟੀ ਬੱਸ ਅੱਡੇ ਦੇ ਉੱਤੇ ਦੋ ਸੱਜਣ ਖੜੇ ਸੀ, ਤੇ ਉੱਥੇ ਖੜਿਆਂ ਕੀ ਦੇਖਿਆ ਕਿ ਇੱਕ ਭਿਖਾਰੀ ਦੇ ਹੱਥ ਵਿੱਚ ਲੋਟਾ ਹੈ, ਦੂਸਰੇ ਭਿਖਾਰੀ ਦੇ ਹੱਥ ਵਿੱਚ ਵੀ ਲੋਟਾ ਹੈ। ਤੇ ਉਸ ਭਿਖਾਰੀ ਨੇ ਦੂਸਰੇ ਭਿਖਾਰੀ ਨੂੰ ਇਹ ਜਾਣਿਆ ਕਿ ਸ਼ਾਇਦ ਇਹ ਕੋਈ ਦਾਤਾ ਹੈ, ਤੇ ਅੱਖਾਂ ਤੋਂ ਦੋਨੇ ਅੰਧੇ ਨੇ, ਦੋਨਾਂ ਕੋਲ ਅੱਖਾਂ ਨਹੀਂ ਹੈ, ਤੇ ਦੋਨਾਂ ਨੇ ਹੱਥ 'ਚ ਲੋਟਾ ਫੜਿਆ। ਉਹਦੇ ਦੂਸਰੇ ਦੇ ਪੈਰਾਂ ਦੀ ਆਹਟ ਉਹਨੇ ਸੁਣੀ, ਦੂਸਰੇ ਦੀ ਆਹਟ ਪੈਰਾਂ ਦੀ ਉਹਨੇ ਸੁਣੀ, ਤੇ ਉਹਨੇ ਠੂਠਾ ਉਹਦੇ ਅੱਗੇ ਕਰ ਦਿੱਤਾ, ਉਹਨੇ ਉਹਦੇ ਅੱਗੇ ਕਰਤਾ। ਦੋਵੇਂ ਭਿਖਾਰੀ ਇੱਕ ਦੂਜੇ ਦੇ ਅੱਗੇ ਠੂਠਾ ਕਰਕੇ ਖੜ ਗਏ। ਬੜੀ ਦੇਰ ਅਸੀਂ ਥੋੜੀ ਦੇਰ ਦੇਖਿਆ ਕਿ ਇਹ ਕੀ ਹੈ, ਕਿ ਆਸ ਇਸ ਵਿੱਚ ਹੈ ਕਿ ਸ਼ਾਇਦ ਇਹ ਕੋਈ ਦਾਤ ਦੇਣ ਵਾਲਾ ਦਾਤਾ ਹੈ। ਉਹ ਉਹਨੂੰ ਦਾਤਾ ਸਮਝ ਬੈਠਾ, ਉਹ ਉਹਨੂੰ ਦਾਤਾ ਸਮਝ ਬੈਠਾ। ਇਸੇ ਤਰ੍ਹਾਂ ਸੰਸਾਰ ਵਿੱਚ ਮਨੁੱਖ ਨੂੰ ਮਨੁੱਖ ਦਾਤਾ ਕਈ ਵਾਰ ਸਮਝ ਲੈਂਦਾ ਹੈ, ਭੁਲੇਖਾ ਖਾ ਜਾਂਦਾ ਹੈ, ਲੇਕਿਨ ਹੁੰਦਾ ਐਵੇਂ ਨਹੀਂ। ਦਾਤਾਂ ਦੇਣ ਵਾਲਾ ਦਾਤਾ ਕੇਵਲ ਇੱਕੋ ਇੱਕ ਹੈ। ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ। ਤੇ ਜੇ ਦਾਤਾ ਦਾਤਾ ਦੇ ਦਵੇ, ਜਿਹੜਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ, ਤੇ ਉਹਦੇ ਭੰਡਾਰੇ ਮੁੱਕਦੇ ਨਹੀਂ। ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ, ਦੇਂਦੇ ਤੋਟ ਨਾ ਆਵਈ, ਅਗਣਤ ਭਰੇ ਭੰਡਾਰ। ਉਹਦੇ ਭੰਡਾਰੇ ਭਰੇ ਹੋਏ ਨੇ ਦਾਤਾਂ ਦੇ ਨਾਲ। ਦਾਤਾਂ ਦੇਣ ਵਾਲਾ ਦਾਤਾ ਇੱਕ ਹੈ। ਤੁਸੀਂ ਕਈ ਵਾਰ ਸੋਚੋਗੇ ਵੀ ਸਾਰੀਆਂ ਦਾਤਾਂ ਉਹਨੇ ਸਾਨੂੰ ਆ ਸਰੀਰ ਨੂੰ ਕੁੰਦਨ ਵਰਗੀ ਦੇਹੀ ਬਖਸ਼ਿਸ਼ ਕੀਤੀ, ਮਨੁੱਖਾ ਜਨਮ ਬਖਸ਼ਿਸ਼ ਕੀਤਾ ਹੈ। ਇਹ ਉਹਦੀ ਬਖਸ਼ਿਸ਼ ਹੈ ਨਾ, ਉਹਦੀ ਕਿਰਪਾ ਹੈ ਨਾ। ਉਹਦੀ ਕਿਰਪਾ ਤੋਂ ਬਿਨਾਂ, ਉਹਦੇ ਹੁਕਮ ਤੋਂ ਬਿਨਾਂ ਅਸੀਂ ਸੰਸਾਰ ਤੇ ਆ ਨਹੀਂ ਸਕਦੇ। ਸਾਹਿਬ ਨੇ ਬਾਣੀ 'ਚ ਜ਼ਿਕਰ ਕੀਤਾ ਹੈ, ਹੁਕਮੇ ਜੰਮਣ ਹੁਕਮੇ ਮਰਨਾ। ਕਿਉਂਕਿ ਮਨੁੱਖ ਦਾ ਜਨਮ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਹੋ ਹੀ ਨਹੀਂ ਸਕਦਾ। ਦਾਤੇ ਦੀ ਕਿਰਪਾ ਨਾਲ, ਦਾਤੇ ਨੇ ਤਰਸ ਕਰਕੇ ਸਾਨੂੰ ਮਨੁੱਖਾ ਦੇਹੀ ਦਿੱਤੀ ਹੈ। ਭਾਵੇਂ ਸਭ ਤੇ ਉੱਤਮ ਦੇਹੀ ਪਾਈ, ਇਹ ਮਨੁੱਖਾ ਦੇਹੀ ਸਭ ਤੋਂ ਉੱਤਮ ਹੈ। ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਮਨੁੱਖ ਨੂੰ ਧਰਤੀ ਦਾ ਸਰਦਾਰ ਬਣਾ ਕੇ ਭੇਜਿਆ ਹੈ। ਇਹ ਸਰਦਾਰ ਹੁੰਦਿਆਂ ਹੋਇਆਂ ਵੀ ਕਈ ਵਾਰ ਭਿਖਾਰੀ ਬਣ ਜਾਂਦਾ ਹੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸਮਝਾਉਣ ਦਾ ਯਤਨ ਕੀਤਾ ਕਿ ਦਾਤਾਂ ਦੇਣ ਵਾਲਾ ਦਾਤਾ ਇੱਕ ਹੈ। ਤੇ ਕਈ ਵਾਰ ਮਨ 'ਚ ਸਵਾਲ ਆ ਜਾਂਦਾ ਹੈ ਵੀ ਇਹ ਸਾਰੀਆਂ ਦਾਤਾਂ ਉਹਨੇ ਦਿੱਤੀਆਂ, ਸਾਨੂੰ ਜੀਵਨ ਦਿੱਤਾ ਤੇ ਜੀਵਨ ਨੂੰ ਚਲਾਉਣ ਲਈ 36 ਪ੍ਰਕਾਰ ਦੇ ਪਦਾਰਥ ਬਖਸ਼ਿਸ਼ ਕੀਤੇ। ਤੁਸੀਂ ਕਹੋਗੇ ਪਦਾਰਥ ਬਖਸ਼ਿਸ਼ ਕੀਤੇ? ਹਾਂ, ਤੇ ਸੇਬ ਤੇ ਅਸੀਂ ਬਾਜ਼ਾਰੋਂ ਲਿਆ ਕੇ ਮੁੱਲ ਲੈ ਕੇ ਖਾਂਦੇ ਹਾਂ, ਪਦਾਰਥ ਤੇ ਮੁੱਲ ਲੈ ਕੇ ਖਾਂਦੇ ਹਾਂ, ਉਹਨੇ ਥੋੜ੍ਹੀ ਦਿੱਤੇ। ਪਰ ਯਾਦ ਰੱਖੋ, ਜੇ ਉਹ ਪਦਾਰਥ ਦਾ ਬੀਜ ਪੈਦਾ ਨਾ ਕਰਦਾ ਤੇ ਅਸੀਂ ਕਿੱਥੋਂ ਖਾ ਲੈਂਦੇ? ਜੇ ਉਹ ਪਦਾਰਥ ਪੈਦਾ ਹੀ ਨਾ ਕਰਦਾ ਅਸੀਂ ਖਾ ਕਿਵੇਂ ਲੈਂਦੇ? ਇਹ ਤੇ ਉਹਨੇ ਕਿਰਪਾ ਕੀਤੀ, ਉਹਦਾ ਬੀਜ ਵੀ ਉਹਨੇ ਪੈਦਾ ਕੀਤਾ ਤੇ ਫਿਰ ਹੋਰ ਪਾਣੀ ਵਰਗੀ ਦਾਤ ਉਹਨੇ ਸਾਨੂੰ ਦਿੱਤੀ ਹੈ। ਜੇ ਪਾਣੀ ਨਾ ਹੋਵੇ, ਜਿੰਨੀ ਧਰਤੀ ਹੈ ਇਹਦੇ ਨਾਲੋਂ 70% ਜ਼ਿਆਦਾ ਪਾਣੀ ਹੈ। ਜੇ ਪਾਣੀ ਨਾ ਹੋਵੇ ਤੇ ਅਸੀਂ ਨਹੀਂ ਹੋ ਸਕਦੇ, ਸਾਡਾ ਜੀਵਨ ਪਾਣੀ ਤੋਂ ਬਿਨਾਂ ਰਹਿ ਸਕਦਾ ਹੈ। ਤੇ ਹੋਰ ਤਾਂ ਹੋਰ ਆਕਸੀਜਨ ਵਰਗੀ ਦਾਤ ਦਿੱਤੀ। ਮੈਂ ਕਹਿੰਦਾ ਨਾ, ਆਕਸੀਜਨ ਮੁੱਲ ਲੈ ਕੇ ਖਾਣੀ ਹੁੰਦੀ ਆਪਾਂ ਸਾਰਿਆਂ ਨੇ ਮੌਰਾਂ ਤੇ ਸਿਲੰਡਰ ਬੰਨੇ ਹੋਣੇ ਸੀ। ਜੇ ਕਿਤੇ ਫਿਰ ਚਾਹ ਦੇ ਲੰਗਰ ਘੱਟ ਲੱਗਣੇ ਸੀ ਤੇ ਸਿਲੰਡਰਾਂ ਦੇ ਲੰਗਰ ਥਾਂ ਥਾਂ ਤੇ ਲੱਗਿਆ ਕਰਾਂਗੇ। ਜੇ ਕਿਸੇ ਨੇ ਸਿਲੰਡਰ ਭਰਾਉਣਾ, ਭਾਈ ਭਰਾ ਲਓ। ਪੋਲੀਟੀਕਲ ਲੋਕਾਂ ਨੇ ਵੀ ਕਹਿਣਾ ਸੀ ਭਾਈ ਜਿਹੜਾ ਸਾਨੂੰ ਵੋਟਾਂ ਪਾਏਗਾ ਸਿਲੰਡਰ ਸਸਤੇ ਦੇ ਦਾਂਗੇ। ਉਸ ਦਾਤੇ ਨੇ ਕਿੱਡਾ ਤਰਸ ਕਰਕੇ ਸਾਡੇ ਤੇ ਕਿਰਪਾ ਕੀਤੀ, ਸਾਨੂੰ ਆਕਸੀਜਨ ਵਰਗੀ ਦਾਤ ਦਿੱਤੀ। ਉਹ ਦਾਤਾਂ ਦੇਣ ਵਾਲਾ ਹੈ, ਦਾਤਾ ਇੱਕ ਹੈ ਤੇ ਸਭ ਨੂੰ ਦਾਤਾਂ ਦੇ ਕੇ ਨਿਵਾਜਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਇਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਮਝਾਉਣਾ ਕੀਤਾ ਕਿ ਹਮ ਭੀਖਕ ਭਿਖਾਰੀ ਤੇਰੇ, ਹੇ ਵਾਹਿਗੁਰੂ ਜੀ, ਹੇ ਪ੍ਰਭੂ ਪਰਮਾਤਮਾ ਜੀ, ਅਸੀਂ ਤੇਰੇ ਦਰ ਦੇ ਮੰਗਤੇ ਹਾਂ ਤੇ ਤੂੰ ਦਾਤਾਂ ਦੇਣ ਵਾਲਾ ਦਾਤਾ ਹੈ। ਤੂੰ ਹੀ ਸਾਡੀਆਂ ਝੋਲੀਆਂ ਭਰਨ ਵਾਲੇ ਹੋ ਤੇ ਤੂੰ ਦਾਤਾ ਵੀ ਇਸ ਤਰ੍ਹਾਂ ਦਾ ਹੈ, ਸੁਤੰਤਰ ਹੈ, ਕਿਸੇ ਦੇ ਅਧੀਨ ਨਹੀਂ ਹੈ। ਕੋਈ ਕਿਸੇ ਦੇ ਅਧੀਨ ਹੋ ਸਕਦਾ ਹੈ ਪਰ ਤੂੰ ਕਿਸੇ ਦੇ ਅਧੀਨ ਨਹੀਂ ਹੈ, ਕਿਉਂਕਿ ਤੇਰੇ ਤੇ ਸਾਰਾ ਕੁਝ ਤੇਰੇ ਅਧੀਨ ਹੈ। ਹਮ ਭੀਖਕ ਭਿਖਾਰੀ ਤੇਰੇ ਵਾਹਿਗੁਰੂ ਜੀ, ਤੇਰੇ ਦਰ ਦੇ ਮੰਗਤੇ ਹਾਂ। ਤੂੰ ਸੁਤੰਤਰ ਦਾਤਾ ਹੈ, ਸਭ ਨੂੰ ਦਾਤਾਂ ਦੇਣ ਵਾਲਾ ਹੈ। ਹੋ ਦਇਆਲ ਨਾਮ ਦੇਹੁ ਮੰਗਤ ਜਨ ਕਉ, ਸਦਾ ਰਹੋ ਰੰਗ ਰਾਤਾ। ਹੋ ਦਇਆਲ, ਤੁਸੀਂ ਦਇਆਵਾਨ ਹੋ ਤੇ ਸਾਨੂੰ ਦਾਤ ਦਿਓ। ਕਿਹੜੀ ਦਾਤ ਦਿਓ? ਜਿਹੜੀਆਂ ਸੰਸਾਰ ਦੀਆਂ ਦਾਤਾਂ ਅਸੀਂ ਮੰਗਦੇ ਹਾਂ। ਕੋਈ ਦਾਤ ਮੰਗਦਾ ਹੈ ਧੀਆਂ ਦੀ, ਪੁੱਤਰਾਂ ਦੀ, ਜਾਇਦਾਦ ਦੀ, ਕੋਠੀ ਦੀ, ਕਾਰ ਦੀ ਦਾਤ ਦਿਓ, ਧੀ ਪੁੱਤਰ ਦੀ ਦਾਤ ਦਿਓ। ਪਰ ਅਸਲ ਦਾਤ ਕੋਈ ਵਿਰਲਾ ਮੰਗਦਾ ਹੈ, ਜਿਹੜਾ ਰੱਬ ਦੇ ਰੰਗ ਵਿੱਚ ਰੰਗੀ ਹੋਈ ਰੂਹ ਹੈ, ਜਿਹਨੂੰ ਸਮਝ ਆ ਜਾਂਦੀ। ਕਿਉਂਕਿ ਦਾਤ ਮੰਗਣ ਦੀ ਵੀ ਸਮਝ ਹੁੰਦੀ ਹੈ। ਮੰਨ ਲਓ ਕਿ ਜਦੋਂ ਦਾਤ ਮੰਗਣੀ ਹੋਵੇ ਤੇ ਪਹਿਲਾਂ ਇਹ ਵੇਖਣਾ ਪੈਂਦਾ ਦਾਤਾ ਕਿੱਡਾ ਕੁ ਤਕੜਾ ਹੈ, ਕਿੰਨੀ ਕੁ ਦਾਤ ਦੇਣ ਦੇ ਸਮਰੱਥ ਹੈ। ਤੇ ਜਦੋਂ ਅਸੀਂ ਪਰਮਾਤਮਾ ਦੇ ਚਰਨਾਂ ਵਿੱਚ ਖਲੋ ਕੇ ਦਾਤ ਮੰਗਣੀ ਹੈ ਤੇ ਦਾਤ ਉਹ ਮੰਗੀ ਹੈ ਕਿ ਜਦੋਂ ਉਸ ਤੋਂ ਬਾਅਦ ਕੋਈ ਭੁੱਖਾ ਹੀ ਮਿਟ ਜਾਣ, ਤ੍ਰਿਸ਼ਨਾ ਮੁੱਕ ਜਾਵੇ। ਜਦੋਂ ਤ੍ਰਿਸ਼ਨਾ ਕਦੇ ਨਾ ਮੁੱਕਦੀ, ਤ੍ਰਿਸ਼ਨਾ ਬੁਝੈ ਹਰ ਕੇ ਨਾਮ, ਪਰਮਾਤਮਾ ਦੇ ਨਾਮ ਨਾਲ ਆਤਮਾ ਦੀ ਤ੍ਰਿਸ਼ਨਾ ਬੁਝਦੀ ਜੇ। ਬਾਕੀ ਦਾਤਾਂ ਲੈ ਕੇ ਵੇਖੋ, ਤ੍ਰਿਸ਼ਨਾ ਇੱਕ ਐਸੀ ਅੱਗ ਹੈ, ਇਹਦੇ ਵਿੱਚ ਜਿੰਨਾ ਵੀ ਬਾਲਣ ਪਾਈ ਜਾਓ ਨਾ, ਕੋਈ ਬੰਦਾ ਕਵੇ ਕਿ ਅੱਗ ਦੀ ਭੁੱਖ ਮਿਟਾਉਣੀ ਹੈ ਇਹਦੇ ਵਿੱਚ ਬਾਲਣ ਪਾ ਕੇ, ਤੇ ਕੀ ਹੋਏਗਾ? ਜਿੰਨਾ ਬਾਲਣ ਜ਼ਿਆਦਾ ਪਾਏਗਾ ਅੱਗ ਦੀ ਭੁੱਖ ਓਨੀ ਜ਼ਿਆਦਾ ਵਧੇਗੀ, ਓਨੀਆਂ ਲਾਟਾਂ ਉੱਚੀਆਂ ਹੋਣਗੀਆਂ। ਇਹੀ ਮਨੁੱਖ ਦੀ ਹਾਲਤ ਹੈ ਤ੍ਰਿਸ਼ਨਾ ਦੀ। ਤ੍ਰਿਸ਼ਨਾ ਇੱਕ ਐਸੀ ਅੱਗ ਹੈ, ਇਹਦੇ ਵਿੱਚ ਜਿੰਨੇ ਪਦਾਰਥ ਪਾਈ ਜਾਓ ਓਨੀ ਭੁੱਖ ਵੱਧਦੀ ਜਾਂਦੀ ਹੈ। ਤੇ ਜਦੋਂ ਪ੍ਰਮਾਤਮਾ ਨਾਮ ਦੀ ਦਾਤ ਪਾ ਦਿੰਦਾ ਹੈ ਨਾ, ਤੇ ਫਿਰ ਭੁੱਖ ਮਿਟ ਜਾਂਦੀ ਹੈ। ਅੰਦਰ ਦੀ ਤ੍ਰਿਸ਼ਨਾ ਦੀ ਭੁੱਖ ਜਿਹੜੀ ਹੈ ਉਹ ਮਿਟ ਜਾਵੇ। ਤੇ ਜਦੋਂ ਤ੍ਰਿਸ਼ਨਾ ਦੀ ਭੁੱਖ ਮਿਟ ਜਾਵੇ ਫਿਰ ਇਹ ਗੱਲ ਜਿਹੜੀ ਹੈ ਸੁਭਾਵਕ ਸਮਝ ਪੈ ਜਾਂਦੀ ਹੈ ਕਿ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ, ਮੈਨੂੰ ਤਾਂ ਤੇਰੇ ਚਰਨਾਂ ਦਾ ਪਿਆਰ ਚਾਹੀਦਾ, ਤੇਰੇ ਨਾਮ ਦੀ ਦਾਤ ਚਾਹੀਦੀ ਹੈ। ਸਤਿਗੁਰੂ ਜੀ, ਹੋ ਦਇਆਲ ਨਾਮ ਦੇਹੋ ਮੰਗਤ ਜਨ ਕਉ, ਅਸੀਂ ਤੇਰੇ ਦਰ ਦੇ ਮੰਗਤੇ ਆ ਤੇ ਨਾਮ ਦੀ ਦਾਤ ਬਖਸ਼ਿਸ਼ ਕਰੋ। ਸਦਾ ਰਹੋ ਰੰਗ ਰਾਤਾ, ਸਦਾ ਰਹੋ, ਮੈਂ ਸਦਾ ਤੇਰੇ ਰੰਗ ਵਿੱਚ ਰਾਤਾ। ਜਦੋਂ ਰਾਤਾ ਸ਼ਬਦ ਹੈ ਇਹਦਾ ਮਤਲਬ ਥੋੜਾ ਕੱਸ ਕੇ ਵੀ ਪੜਾਂਗੇ, ਰਤਿਆ ਹੋਇਆ, ਰੰਗਿਆ ਹੋਇਆ, ਤੇਰੇ ਰੰਗ ਵਿੱਚ ਸਦਾ ਰੰਗਿਆ ਰਵਾਂ। ਜਦੋਂ ਪਰਮਾਤਮਾ ਦੇ ਨਾਮ ਦਾ ਰੰਗ ਆਤਮਾ ਤੇ ਚੜ੍ਹ ਜਾਵੇਗਾ ਨਾ, ਤੇ ਫਿਰ ਉਹ ਰੰਗ ਇੱਕ ਐਸਾ ਰੰਗ ਹੈ, ਨਾ ਤਾਂ ਤੱਤੀ ਤਵੀ ਤੇ ਉਤਰਦਾ ਹੈ, ਨਾ ਉਹ ਆਰੇ ਦੇ ਥੱਲੇ ਉਤਰਦਾ ਹੈ। ਆਰੇ ਨਾਲ 2 ਫਾੜ ਕਰ ਦਿੱਤਾ ਭਾਈ ਮਤੀ ਦਾਸ ਜੀ ਨੂੰ, ਪਰ ਆਤਮਕ ਰੰਗ ਨਹੀਂ ਉਤਰਿਆ।
ਚੜ੍ਹ ਗਿਆ ਨਾ, ਜਿਹਨੂੰ ਆਤਮਿਕ ਰੰਗ ਚੜ੍ਹ ਜਾਂਦਾ ਹੈ ਨਾ। ਤੇ ਭਾਈ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ ਆਪਾਂ ਮਨਾ ਰਹੇ ਹਾਂ, ਸਿੱਖ ਕੌਮ ਦੇ ਮਹਾਨ ਸ਼ਖਸੀਅਤ, ਜਿਨ੍ਹਾਂ ਨੂੰ ਨਿੱਕੀਆਂ ਉਮਰਾਂ ਤੇ ਵੱਡੇ ਸਾਕੇ ਕਹਿੰਦੇ ਆ। ਨਿੱਕੀਆਂ ਉਮਰਾਂ ਵੱਡੇ ਸਾਕੇ, ਵੱਡਾ ਸਾਕਾ ਕਰ ਦਿਖਾਇਆ, ਵੱਡੀ ਘਟਨਾ ਕਰ ਦਿਖਾਈ। ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ 1753 ਬਿਕਰਮੀ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਾਤਾ ਜੀਤੋ ਦੀ ਕੁੱਖੋਂ ਅੱਜ ਦੇ ਦਿਨ ਉਹਨਾਂ ਦਾ ਜਨਮ ਦਿਹਾੜਾ ਹੈ। ਤੇ ਮੈਂ ਕਹਿਣੋਂ ਨਹੀਂ ਰਹਿ ਸਕਦਾ, ਕਿਉਂਕਿ ਕਵੀ ਨੂੰ ਲਿਖਣਾ ਪੈ ਗਿਆ। ਕਹਿੰਦਾ ਤਾਜ ਮਹਿਲਾਂ ਨੂੰ ਠੁੰਮਣੇ ਲੱਖ ਦਈਏ, ਤਾਜ ਮਹਿਲਾਂ ਨੂੰ ਠੁੰਮਣੇ ਲੱਖ ਦਈਏ, ਚੜ੍ਹਤ ਫੇਰ ਵੀ ਉਸ ਦੀ ਸਖਣੀ ਹੈ, ਢੱਠੀ ਕੰਧ ਸਰਹੰਦ ਦੀ ਹਸ਼ਰ ਤੀਕਰ, ਉੱਚੀ ਪੱਗ ਪਰ ਕੌਮ ਦੀ ਰੱਖਣੀ ਹੈ। ਕਹਿੰਦੇ ਉਸੇ ਕੌਮ ਦੇ ਬੁਰਜ ਅਟਲ ਰਹਿਣੇ। ਕਿਹੜੀ ਦੇ? ਉਸੇ ਕੌਮ ਦੇ ਬੁਰਜ ਅਟਲ ਰਹਿਣੇ, ਮਾਲਕ ਉਹ ਅਟਾਰੀਆਂ ਵੱਡੀਆਂ ਦੀ। ਵੱਡੀਆਂ ਅਟਾਰੀਆਂ ਦੀ ਮਾਲਕ ਕੌਣ? ਫੁੱਲਾਂ ਜਿਹੇ ਮਲੂਕੜੇ ਪੁੱਤ ਜਿਸ ਦੇ, ਨੀਹਾਂ ਵਿੱਚ ਪਾਉਂਦੇ ਰੋੜੀ ਹੱਡੀਆਂ ਦੀ। ਇਹ ਜਿਹੜੀਆਂ ਅਟਾਰੀਆਂ ਨੇ ਨਾ, ਖਾਲਸਾ ਪੰਥ ਦੇ ਜਿਹੜੇ ਮਹੱਲ ਖੜੇ ਨੇ, ਇਹਦੇ ਵਿੱਚ ਨੀਹਾਂ ਦੇ ਵਿੱਚ ਰੋੜੀ ਹੱਡੀਆਂ ਦੀ ਪਾਈ ਹੈ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਨੇ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੇ। ਕੌਮ ਦੇ ਵਿੱਚ ਯਾਦ ਰੱਖਿਓ 22 ਸਾਹਿਬਜ਼ਾਦੇ ਨੇ। ਸਾਹਿਬਜ਼ਾਦਾ ਬਾਬਾ ਸ਼੍ਰੀ ਚੰਦ ਜੀ ਤੋਂ ਲੈ ਕੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਤੱਕ। ਮੈਂ ਮਾਫੀ ਚਾਹਾਂਗਾ ਸੰਗਤ ਜੀ, ਸੁਭਾਵਕ ਹੀ ਅਸੀਂ ਕਈ ਵਾਰਾਂ ਅਕਸਰ ਕਿਸੇ ਨੂੰ ਪੁੱਛ ਲੈਂਦੇ ਆ, ਤੁਹਾਡਾ ਪੁੱਤਰ ਹੋਵੇ ਨਾ, ਅਸੀਂ ਕਹਿੰਦੇ ਇਹ ਆਪ ਜੀ ਦਾ ਸਾਹਿਬਜ਼ਾਦਾ ਜੀ। ਮਤ ਨਹੀਂ, ਇਹ ਗੱਲ ਨਾ ਕਿਆ ਕਰੋ। ਮੈਨੂੰ ਕਈ ਵਾਰਾਂ ਦੁੱਖ ਲੱਗਦਾ ਹੈ, ਸਾਹਿਬਜ਼ਾਦਾ ਸ਼ਬਦ ਬੱਚੇ ਵਾਸਤੇ, ਆਪਣੇ ਪੁੱਤਰ ਵਾਸਤੇ ਨਾ ਵਰਤਿਆ ਕਰੋ। ਇਹ ਕੇਵਲ ਰਾਖਵਾਂ ਸ਼ਬਦ ਹੈ, ਕਿਉਂਕਿ ਸਾਹਿਬਜ਼ਾਦਾ ਹੁੰਦਾ ਹੈ ਸਾਹਿਬ ਦਾ ਜਾਇਆ। ਤੇ ਸਾਹਿਬ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੱਕ ਸਾਡੇ 10 ਸਾਹਿਬ ਨੇ। ਤੇ 10 ਸਾਹਿਬਾਂ ਦੇ ਸਾਹਿਬਜ਼ਾਦੇ ਜਿਹੜੇ ਹੈ, ਉਹਨਾਂ ਦੇ ਜਾਏ ਜਿਹੜੇ, ਉਹਨਾਂ ਨੂੰ ਸਾਹਿਬਜ਼ਾਦੇ ਕਵਾਂਗੇ। ਤੇ ਇਹ 22 ਸਾਹਿਬਜ਼ਾਦੇ ਬਣਦੇ। ਤੇ 22 ਦੇ ਵਿੱਚੋਂ ਜੋ 21 ਸਾਹਿਬਜ਼ਾਦਾ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦਾ, ਜਿਨ੍ਹਾਂ ਦਾ ਅੱਜ ਜਨਮ ਦਿਨ, ਸਾਰੀਆਂ ਸੰਗਤਾਂ ਨੂੰ ਮੁਬਾਰਕ ਹੋਵੇ। ਸਾਹਿਬਜ਼ਾਦਾ ਸ਼ਬਦ ਦੀ ਥਾਂ ਤੇ ਜੇ ਵਰਤਣਾ ਹੋਵੇ ਨਾ, ਤੇ ਫਿਰ ਕੀ ਵਰਤੀਏ? ਤੁਸੀਂ ਕਹੋਗੇ ਉੱਥੇ ਫਰਜ਼ੰਦ ਸ਼ਬਦ ਬੜਾ ਚੰਗਾ ਹੈ, ਭਚੰਗੀ ਸ਼ਬਦ ਬੜਾ ਚੰਗਾ ਹੈ, ਸਾਡੇ ਪੁਰਖਿਆਂ ਨੇ ਦਿੱਤੇ ਹੈ, ਇਹ ਸ਼ਬਦ ਵਰਤਿਆ ਕਰੋ। ਪਰ ਕਿਸੇ ਦੇ ਪੁੱਤਰ ਵਾਸਤੇ ਸਾਹਿਬਜ਼ਾਦਾ ਸ਼ਬਦ ਨਾ ਵਰਤਿਆ ਕਰੋ। ਮੈਂ ਗੱਲ ਕਰ ਰਿਹਾ ਸੀ ਕਿ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਨੇ ਆਪਣਾ ਆਪਾ ਕੁਰਬਾਨ ਕਰ ਦਿੱਤਾ, ਪਰ ਈਨ ਨਹੀਂ ਮੰਨੀ ਉਹਨਾਂ ਦੀ। ਕਿਉਂ? ਕਿਉਂਕਿ ਆਤਮਾ ਦੇ ਉੱਤੇ ਰੰਗ ਕਿਹੜਾ ਚੜਿਆ ਸੀ? ਪਰਮਾਤਮਾ ਦੇ ਨਾਮ ਦਾ। ਜਦੋਂ ਨਾਮ ਦਾ ਰੰਗ ਚੜ ਜਾਂਦਾ ਹੈ ਨਾ, ਤੇ ਨਿਰਭਉ ਜਪੈ ਸਗਲ ਭਉ ਮਿਟੈ। ਜਦੋਂ ਨਿਰਭਉ ਦਾ ਰੰਗ ਚੜ ਜਾਂਦਾ ਹੈ ਤੇ ਆਤਮਾ ਦੇ ਅੰਦਰੋਂ ਸਾਰੇ ਡਰ ਖਤਮ ਹੋ ਜਾਂਦੇ ਆ। ਮੌਤ ਦਾ ਡਰ ਵੀ ਨਹੀਂ ਰਹਿ ਜਾਂਦਾ। ਸਭ ਤੋਂ ਵੱਡਾ ਡਰ ਹੀ ਮਨੁੱਖ ਨੂੰ ਮੌਤ ਦਾ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ, ਹੋ ਦਇਆਲ ਨਾਮ ਦੇਹੋ ਮੰਗਤ ਜਨ ਕਉ। ਅਸੀਂ ਤੇਰੇ ਦਰ ਦੇ ਮੰਗਤੇ ਹਾਂ, ਤੇ ਮੰਗਤਿਆਂ ਨੂੰ ਨਾਮ ਦੀ ਦਾਤ ਦੇਹੋ। ਸਦਾ ਰਹੋ, ਸਦਾ ਹਮੇਸ਼ਾ, ਸਦਾ ਰਹੋ ਰੰਗ ਰਾਤਾ, ਤੇਰੇ ਰੰਗ ਵਿੱਚ ਹਮੇਸ਼ਾ ਰੰਗੇ ਰਹੀਏ। ਹਉ ਬਲਿਹਾਰੈ ਜਾਓ, ਸਾਚੇ ਤੇਰੇ ਨਾਮ ਵਿਟਹੁ। ਸਤਿਗੁਰੂ ਜੀ ਦੀ ਇਹ ਜਿਹੜੀਆਂ ਤੁਕਾਂ ਨੇ, ਹਉ ਬਲਿਹਾਰੇ ਜਾਓ, ਸਾਚੇ ਤੇਰੇ ਨਾਮ ਵਿਟਹੁ, ਇਹ ਰਹਾਉ ਵਾਲੇ ਬੰਦ ਦੀ ਤੁਕ ਹੈ। ਸ਼ਬਦ ਦਾ ਕੇਂਦਰੀ ਭਾਵ ਰਹਾਉ ਵਾਲੇ ਬੰਦ ਵਿੱਚ ਹੁੰਦਾ ਹੈ। ਤੇ ਇਹ ਕੇਂਦਰੀ ਭਾਵ ਵਾਲੀ ਸਤਿਗੁਰੂ ਜੀ ਕੀ ਕਹਿੰਦੇ ਹੈ? ਵਿਟਹੁ ਤੋਂ ਭਾਵ ਹੈ ਤੋਂ, ਤੇ ਹੈ ਵਾਹਿਗੁਰੂ ਜੀ। ਹਉ ਬਲਿਹਾਰੇ, ਹਉ ਦਾ ਅਰਥ ਹੁੰਦਾ ਹੈ ਮੈਂ। ਮੈਂ ਤੇਰੇ ਤੋਂ ਬਲਿਹਾਰਨੇ ਜਾਂਦਾ ਹਾਂ, ਵਾਰਨੇ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਸਾਚੇ ਤੇਰੇ ਨਾਮ, ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ, ਵਾਰਨੇ ਜਾਂਦਾ ਹਾਂ, ਬਲਿਹਾਰਨੇ ਜਾਂਦਾ ਹਾਂ। ਕਿਉਂਕਿ ਨਾਮ ਦੀ ਇੱਕ ਐਸੀ ਦਾਤ ਹੈ ਜਿਹੜੀ ਆਤਮਾ ਨੂੰ ਸ਼ਾਂਤੀ ਬਖਸ਼ਦੀ ਹੈ। ਪਰਮਾਤਮਾ ਦਾ ਨਾਮ ਇਹ ਹੀ ਵੱਡੀ ਦਾਤ ਹੈ। ਸੋ ਇਹ ਦਿਲ ਕਰਦਾ ਕਿ ਨਾਮ ਏਡੀ ਵੱਡੀ ਦਾਤ ਹੈ, ਫਿਰ ਥੋੜਾ ਕੁ ਜਪ ਵੀ ਲੈਣਾ ਚਾਹੀਦਾ ਨਾ। ਆਪਾਂ ਪਹਿਲੇ ਵੀ ਜਪ ਰਹੇ ਸੀ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਜਪਿਆ ਕਰੋ। ਪੰਜ ਪਿਆਰੇ ਸਾਹਿਬਾਨ ਦੇ ਪੇਸ਼ ਹੋ ਕੇ, ਅੰਮ੍ਰਿਤ ਦੀ ਦਾਤ ਛਕ ਕੇ, ਖੰਡੇ ਬਾਟੇ ਦੀ ਪੌਲ ਛਕ ਕੇ ਤੇ ਪੰਜ ਪਿਆਰੇ ਸਾਹਿਬਾਨ ਤੋਂ ਨਾਮ ਲੈ ਕੇ ਫਿਰ ਉਹਨੂੰ ਅੰਮ੍ਰਿਤ ਵੇਲੇ ਉੱਠ ਕੇ, ਕਿਉਂਕਿ ਸਿੱਖ ਰਹਿਤ ਮਰਿਆਦਾ 'ਚ ਵੀ ਸੰਗਤ ਜੀ ਲਿਖਿਆ ਹੋਇਆ ਹੈ ਕਿ ਸਿੱਖ ਪਹਿਰ ਰਾਤ ਰਹਿੰਦੀ ਉੱਠੇ ਤੇ ਉੱਠਦਾ ਹੋਇਆ ਪਰਮਾਤਮਾ ਦਾ ਚਰਨਾਂ ਦਾ ਧਿਆਨ ਧਰੇ ਤੇ ਵਾਹਿਗੁਰੂ ਨਾਮ ਜਪੇ। ਕਿਉਂਕਿ ਜਦੋਂ ਸਾਡੀ ਨਵੇਂ ਦਿਨ ਦੀ ਸ਼ੁਰੂਆਤ ਹੋਣੀ ਹੈ ਨਾ, ਨਵੇਂ ਦਿਨ ਦੀ ਸ਼ੁਰੂਆਤ ਪ੍ਰਮਾਤਮਾ ਦੇ ਨਾਮ ਨਾਲ ਕਰਿਆ ਕਰੀਏ। ਉਸ ਨਾਮ ਤੋਂ ਵਾਰਨੇ ਬਲਿਹਾਰਨੇ ਸਦਕੇ ਜਾਂਦਾ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਤੇਰੇ ਨਾਮ ਤੋਂ ਮੈਂ ਸਦਕੇ ਜਾਂਦਾ ਹਾਂ, ਵਾਰਨੇ ਬਲਿਹਾਰਨੇ ਜਾਂਦਾ ਹਾਂ। ਕਾਰਨ ਕਾਰਨ ਸਭਨਾ ਕਾ ਏਕੋ, ਅਵਰ ਨਾ ਦੂਜਾ ਕੋਈ। ਸਭ ਕੁਛ ਦਾ ਮੂਲ, ਸਭ ਕੁਛ ਦਾ ਮੂਲ ਹੈ ਵਾਹਿਗੁਰੂ ਅਕਾਲ ਪੁਰਖ ਤੂੰ ਹੈ। ਸਭ ਦਾ ਮੁੱਢ ਤੂੰ ਹੈ ਤੇ ਤੇਰੇ ਤੋਂ ਬਿਨਾ ਕੋਈ ਦੂਜਾ ਹੋਰ ਹੈ ਹੀ ਨਹੀਂ। ਦੂਸਰ ਹੋਏ ਤਾਂ ਸੋਝੀ ਪਾਏ। ਕੋਈ ਦੂਜਾ ਹੋਰ ਹੋਵੇ ਤੇ ਤਾਂ ਹੀ ਸਮਝੀਏ ਨਾ, ਦੂਜਾ ਕੋਈ ਹੈਗਾ ਹੀ ਨਹੀਂ ਤੇਰੇ ਤੋਂ ਬਿਨਾ। ਕੋਈ ਦੂਸਰੀ ਹੋਰ ਸ਼ਕਤੀ ਨਹੀਂ ਹੈ, ਕੋਈ ਤਾਕਤ ਨਹੀਂ ਹੈ, ਤੇਰੇ ਵਰਗੀ ਕੋਈ ਦੂਸਰੀ ਤਾਕਤ ਨਹੀਂ ਹੈ। ਵਾਹਿਗੁਰੂ ਜੀਓ ਤੂੰ ਹੀ ਸਾਰਿਆਂ ਦਾ ਮੁੱਢ ਹੈ ਤੇ ਸਭ ਨੂੰ ਪੈਦਾ ਕਰਨ ਵਾਲਾ ਵੀ, ਕਰਤਾ ਪੁਰਖ ਵੀ ਤੂੰ ਹੀ ਹੈ। ਸਾਰਿਆਂ ਨੂੰ ਬਣਾਉਣ ਵਾਲਾ, ਸ੍ਰਿਸ਼ਟੀ ਨੂੰ ਸਾਜਣ ਵਾਲਾ ਵੀ ਤੂੰ ਹੀ ਹੈ। ਇਹ ਸਾਰੀ ਤੇਰੀ ਹੀ ਪੈਦਾਇਸ਼ ਹੈ, ਤੂੰ ਹੀ ਪੈਦਾ ਕੀਤਾ ਹੈ। ਕੀਤਾ ਪਸਾਓ ਇੱਕ ਕਿੱਦਾਂ ਕੀਤਾ? ਇੱਕ ਸ਼ਬਦ ਦੇ ਨਾਲ ਤੂੰ ਪਸਾਰਾ ਪਸਰ ਦਿੱਤਾ ਹੈ। ਜੇ ਤੂੰ ਚਾਹਵੇਂ ਤੇ ਇੱਕ ਅੱਖ ਦੇ ਝਮੱਕੇ ਵਿੱਚ ਸ੍ਰਿਸ਼ਟੀ ਨੂੰ ਨਾਸ਼ ਕਰ ਸਕਦਾ ਹੈ, ਤੇ ਜੇ ਚਾਹਵੇਂ ਤੇ ਇੱਕ ਅੱਖ ਦੇ ਝਮੱਕੇ ਵਿੱਚ ਹੀ ਸ੍ਰਿਸ਼ਟੀ ਨੂੰ ਬਣਾ ਸਕਦਾ ਹੈ। ਹਰਨ ਭਰਨ ਮਹਿ ਨੇਤਰ ਫੁਰ, ਇਹ ਤੇਰੀ ਸ਼ਕਤੀ ਹੈ ਵਾਹਿਗੁਰੂ ਜੀਓ। ਕਰਨ ਕਾਰਨ ਸਭਨਾ ਕਾ, ਸਤਿਗੁਰੂ ਜੀ ਤੁਸੀਂ ਸਾਰਿਆਂ ਦੇ ਮੁੱਢ ਹੋ, ਮੂਲ ਹੋ ਤੇ ਸਾਰਿਆਂ ਨੂੰ ਸਾਜਣ ਵਾਲੇ ਬਣਾਉਣ ਵਾਲੇ ਵੀ ਤੁਸੀਂ ਹੋ, ਦੂਸਰਾ ਕੋਈ ਨਹੀਂ। ਰਹਾਉ ਸਤਿਗੁਰੂ ਜੀ ਠਹਿਰਾਓ ਦੇ ਕੇ ਇਹ ਸਾਨੂੰ ਸਮਝਾਉਂਦੇ ਹਨ। ਬਹੁਤੇ ਫੇਰ ਪਏ ਕਿਰਪਨ ਕਉ, ਅਬ ਕਿਛ ਕਿਰਪਾ ਕੀਜੈ। ਸਾਡਾ ਜੀਵਾਂ ਦਾ ਇਹ ਹਾਲ ਹੈ। ਅਸੀਂ 84 ਲੱਖ, ਜਦੋਂ ਭਾਈ ਸਾਹਿਬ ਪੜ੍ਹਦੇ ਨਾ ਕਿ ਗੁਰਦੁਆਰੇ ਕਈ ਵਾਰਾਂ ਅੰਮ੍ਰਿਤ ਵੇਲੇ, ਹੋਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨ ਆਏ ਜੀਓ, ਤੇ ਕਿਸੇ ਦੇ ਮਨ ਵਿੱਚ ਸਵਾਲ ਪੈਦਾ ਹੋ ਸਕਦਾ ਕਿ ਮੈਂ ਦੂਰੋਂ ਥੋੜ੍ਹੀ ਆਇਆ, ਮੇਰਾ ਤੇ ਘਰ ਗੁਰਦੁਆਰੇ ਦੇ ਨਾਲ ਹੈ, ਕੰਧ ਨਾ ਕੰਧ ਹੈ। ਭਾਈ ਸਾਹਿਬ ਕਈ ਜਦੇ ਦੂਰੋਂ, ਤੇ ਭਾਈ ਦੇ ਨਿਆਣੇ ਤੇ ਕਹਿਣਗੇ ਵੀ ਅਸੀਂ ਤਾਂ ਰਹਿੰਦੇ ਹੀ ਗੁਰਦੁਆਰੇ, ਅਸੀਂ ਥੋੜ੍ਹੀ ਦੂਰੋਂ ਆਏ ਹਾਂ। ਦੂਰੋਂ ਕਿੱਥੋਂ ਕੁਝ ਚੱਲ ਕੇ ਆਏ ਹਾਂ, ਇਹ ਗੱਲ ਸਮਝ ਲਈਏ। ਸਤਿਗੁਰੂ ਸੱਚੇ ਕਿਹੜੇ ਫੇਰੇ ਨੇ, ਕਿਹੜੀ ਦੂਰੀ ਹੈ, ਇਹ ਸਮਝਾਂਗੇ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬੜੇ ਚਿਰਾਂ ਬਾਅਦ ਆ ਮਨੁੱਖਾ ਦੇਹ ਮਿਲੀ। ਕਈ ਜਨਮ ਅਸੀਂ ਸੱਪ ਬਣ ਕੇ ਧਰਤੀ ਤੇ ਪੇਲਦੇ ਰਹੇ, ਕਈ ਜਨਮ ਅਸੀਂ ਪੰਛੀ ਬਣ ਕੇ ਅਸਮਾਨ 'ਚ ਉੱਡਦੇ ਰਹੇ। ਇੱਕ ਜਨਮ ਨਹੀਂ, ਕਈ ਜਨਮ ਅਸੀਂ ਕੀੜੇ ਪਤੰਗੇ ਬਣੇ, ਕਈ ਜਨਮ ਅਸੀਂ ਪਹਾੜ ਬਣੇ, ਕਈ ਜਨਮ ਅਸੀਂ ਬ੍ਰਿਸ਼ ਬਣੇ। ਇਹਨਾਂ 84 ਲੱਖ ਜੂਨਾਂ ਦੇ ਵਿੱਚ ਦੀ ਲੰਘਦਿਆਂ ਲੰਘਦਿਆਂ ਇਹ ਮਨੁੱਖਾ ਦੇਹੀ ਤੱਕ ਪਹੁੰਚੇ ਆ। ਜਿਹੜੇ ਬਹੁਤੇ ਫੇਰ ਆ ਨਾ, ਬਹੁਤੇ ਫੇਰ ਕੀ ਹੈ? ਇਹ ਫੇਰ ਹੈ 84 ਲੱਖ ਦੇ ਗੇੜੇ ਕੱਟਦਿਆਂ ਕੱਟਦਿਆਂ ਕਈ ਵਾਰ ਫੇਰੇ ਕੱਟੇ, ਕਈ ਜਨਮ ਕੱਟਦਿਆਂ ਨੂੰ ਹੋ ਗਏ ਨੇ। ਤੇ ਵਾਹਿਗੁਰੂ ਜੀ ਅਸੀਂ ਤੇ ਕੰਜੂਸ ਲੋਕ ਆ। ਕਿਰਪਨ ਦਾ ਅਰਥ ਹੁੰਦਾ ਹੈ ਕੰਜੂਸ, ਕਿਉਂਕਿ ਅਸੀਂ ਤੇਰੀ ਏਡੀ ਵੱਡੀ ਬਖਸ਼ਿਸ਼ ਰਹਿਮਤ ਨੂੰ ਪਹਿਚਾਣਿਆ ਹੀ ਨਹੀਂ, ਸਾਡੀ ਸਮਝ ਵਿੱਚ ਹੀ ਨਹੀਂ ਆਇਆ। ਕਿਰਪਾ ਕਰ ਦਿਓ ਸਾਡੇ ਤੇ ਸਤਿਗੁਰੂ ਜੀਓ। ਬਹੁਤੇ ਫੇਰ ਪਏ, ਬੜੇ ਫੇਰੇ ਕੱਟੇ ਜੇ, ਬੜੇ ਅਸੀਂ ਤਰਲੇ ਮਾਰੇ ਜੇ, ਬੜੀਆਂ ਵਿੰਗੀਆਂ ਟੇਢੀਆਂ ਜੂਨਾਂ ਵਿੱਚ ਧੱਕੇ ਖਾਧੇ ਜੇ। ਹੁਣ ਸਾਨੂੰ ਬਖਸ਼ ਦਿਓ, ਹੁਣ ਸਾਨੂੰ ਕੀ ਬਖਸ਼ ਦਿਓ? ਮੁਕਤੀ ਬਖਸ਼ ਦਿਓ। ਸੰਸਾਰ ਦੇ ਉੱਤੇ, ਖਾਸ ਕਰਕੇ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਵੀ 2-3 ਤਰ੍ਹਾਂ ਦੀਆਂ ਕਿ ਫਲਾਨੀ ਜਗ੍ਹਾ ਤੇ ਜਾ ਕੇ ਕੋਈ ਮਰੇਗਾ ਤੇ ਉਹਨੂੰ ਮੁਕਤੀ ਮਿਲ ਜਾਏਗੀ।
ਕੋਈ ਕਹਿੰਦਾ ਕਿ ਫਲਾਣੇ ਆਰੇ ਨਾਲ ਚਿਰੇਗਾ ਤੇ ਉਹਨੂੰ ਮੁਕਤੀ ਮਿਲ ਜਾਏਗੀ। ਲੇਕਿਨ ਸਤਿਗੁਰੂ ਜੀ ਦੀ ਬਾਣੀ ਨੂੰ ਪੜ੍ਹੀਏ ਤੇ ਮੁਕਤੀ ਮਿਲਦੀ ਕਿੱਦਾਂ ਹੈ। ਮੈਂ ਇੱਕ ਗੱਲ ਤੁਹਾਨੂੰ ਸੰਗਤ ਜੀ ਦੱਸ ਦੇਵਾਂ, ਗੁਰੂ ਕੀ ਬਾਣੀ ਨੇ ਜਿਹੜੀ ਸੋਝੀ ਬਖਸ਼ੀ ਉਹਦੇ ਮੁਤਾਬਕ ਇਹ ਹੈ ਕਿ ਜਿੰਨੀ ਦੇਰ ਤੱਕ ਸਾਡੇ ਅੰਦਰ ਡਿਮਾਂਡਸ ਚੱਲਦੀਆਂ ਨੇ, ਤ੍ਰਿਸ਼ਨਾ ਦੀ ਅੱਗ ਬਲਦੀ ਹੈ, ਉਨੀ ਦੇਰ ਤੱਕ ਮਨੁੱਖ ਨੂੰ ਮੁਕਤੀ ਨਹੀਂ ਮਿਲ ਸਕਦੀ। ਮੁਕਤੀ ਉਦੋਂ ਹੀ ਮਿਲਦੀ ਹੈ ਜਦੋਂ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ। ਤੇ ਤ੍ਰਿਸ਼ਨਾ ਦੀ ਅੱਗ ਕਦੋਂ ਬੁਝਦੀ? ਜਦੋਂ ਨਾਮ ਨੂੰ ਜਪਦੇ ਹਾਂ। ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਹੋ ਨਾ, ਸ੍ਰੀ ਸੁਖਮਨੀ ਸਾਹਿਬ ਆਪਾਂ ਰੋਜ਼ ਪੜ੍ਹਦੇ ਹਾਂ ਤੇ ਕੀ ਪੜ੍ਹਦੇ ਹਾਂ? ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੇ। ਕੌਣ ਹੈ ਜਿਉਂਦਿਆਂ ਮੁਕਤ? ਜਿਉਂਦਿਆਂ ਮੁਕਤ ਹੋਣਾ ਹੈ, ਮਰਨ ਤੋਂ ਬਾਅਦ ਮੁਕਤੀ ਨਹੀਂ ਮਿਲਣੀ, ਜਿਉਂਦਿਆਂ ਮੁਕਤੀ ਮਿਲੇਗੀ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੇ, ਤੈਸਾ ਹਰਖ ਤੈਸਾ ਉਸ ਸੋਗ। ਖੁਸ਼ੀ ਤੇ ਗਮੀ ਦੋਨਾਂ 'ਚ ਬਰਾਬਰ ਰਵੇ। ਖੁਸ਼ੀ ਹੋਵੇ ਤੇ ਬਹੁਤਾ ਚੌੜਾ ਹੋ ਜਾਂਦਾ ਤੇ ਗਮੀ ਹੋਵੇ ਤੇ ਰੋਣਾ ਸ਼ੁਰੂ ਕਰ ਦਿੰਦਾ। ਇਹ ਨਹੀਂ, ਜੇ ਸੁੱਖ ਦੁੱਖ ਹੈ, ਖੁਸ਼ੀ ਹੈ ਤੇ ਉਹ ਵੀ ਦਾਤੇ ਦੀ ਵੱਲੋਂ ਮਿਲੀ ਦਾਤ ਹੈ, ਤੇ ਜੇ ਕੋਈ ਗਮੀ ਮਿਲੀ ਹੈ, ਕੋਈ ਦੁੱਖ ਮਿਲਿਆ ਹੈ ਤੇ ਇਹ ਵੀ ਦਾਤੇ ਵੱਲੋਂ ਉਹ ਦਾਤ ਮਿਲੀ ਹੈ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ, ਆਤਮਕ ਤੌਰ ਤੇ ਆਨੰਦਿਤ ਰਹਿਣਾ ਹੈ। ਤਹਿ ਨਹੀਂ ਵਿਯੋਗ, ਕਦੇ ਉਦਾਸ ਨਹੀਂ ਹੋਣਾ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ, ਸੋਨਾ ਤੇ ਮਿੱਟੀ ਬਰਾਬਰ ਜਾਣੇ। ਤੈਸਾ ਮਾਨ ਤੈਸਾ ਅਭਿਮਾਨ, ਜੇ ਮਾਣ ਹੋਵੇ ਨਾ ਬੜਾ ਫੁੱਲਦਾ, ਸ਼ੋਭਾ ਹੋਵੇ ਸਹੀ, ਬੰਦਾ ਤੇ ਫਿਰ ਕਿਸੇ ਨੂੰ ਗਿਣਦਾ ਹੀ ਨਹੀਂ, ਬੰਦੇ ਨੂੰ ਬੰਦਾ ਨਹੀਂ ਗਿਣਦਾ, ਇਹ ਹਾਲਤ ਹੋ ਜਾਂਦੀ ਹੈ। ਪਰ ਤੈਸਾ ਮਾਣ ਤੈਸਾ ਅਭਿਮਾਨ, ਇਹ ਅਵਸਥਾ ਬਣ ਜਾਵੇ ਕਿ ਵਡਿਆਈ ਵੀ ਤੇਰੀ ਹੈ ਤੇ ਇਹ ਜਿਹੜਾ ਅਪਮਾਨ ਹੋਇਆ ਇਹ ਵੀ ਤੇਰੇ ਵੱਲੋਂ ਕੋਈ ਦਾਤ, ਇਹ ਵੀ ਮੇਰੇ ਭਲੇ ਵਾਸਤੇ ਹੈ। ਜੇ ਕਿਤੇ ਅਪਮਾਨ ਹੁੰਦਾ ਹੈ ਨਾ, ਕਈ ਵਾਰ ਸਾਨੂੰ ਮਹਿਸੂਸ ਹੁੰਦਾ ਹੈ ਕਿ ਮੇਰਾ ਅਪਮਾਨ ਹੋ ਰਿਹਾ, ਅਪਮਾਨ ਤੇਰਾ ਨਹੀਂ, ਅਸਲ ਵਿੱਚ ਤੇਰੇ ਅੰਦਰ ਆਈ ਹੋਈ ਈਗੋ ਨੂੰ ਠੀਕ ਕਰਨ ਵਾਸਤੇ ਇੱਕ ਦਵਾਈ ਦਿੱਤੀ ਹੈ ਰੱਬ ਨੇ। ਰੱਬ ਨੇ ਇੱਕ ਗੋਲੀ ਦਿੱਤੀ ਤੈਨੂੰ ਵੀ ਆਹ ਜਿਹੜੇ ਤੇਰੇ ਅੰਦਰ ਬਿਮਾਰੀ ਆ ਗਈ ਨਾ ਹਉਮੈ ਦੀ, ਇਹ ਤੇਰੀ ਥੋੜੀ ਜਿਹੀ ਘਟ ਜਾਵੇ, ਤੂੰ ਅੰਦਰੋਂ ਚੌੜਾ ਨਾ ਹੋਇਆ ਫਿਰ, ਇਹ ਵੀ ਉਹ ਤੇਰੇ ਭਲੇ ਵਾਸਤੇ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਜੇ ਗਰੀਬ ਹੋਵੇ ਤੇ ਤਾਂ ਵੀ ਉਹਦੀ ਗਰੀਬੀ ਵੀ ਉਹਦੇ ਵੱਲੋਂ ਦਾਤ ਹੈ, ਤੇ ਜੇ ਦਾਤਾ ਜੇ ਰਾਜਾ ਬਣ ਗਿਆ ਤੇ ਰਾਜਗੱਦੀ ਮੇਰੀ ਨਹੀਂ ਹੈ, ਇਹ ਉਸ ਕਰਤੇ ਦੀ ਹੈ। ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਇਹ ਇੱਕ ਜੁਗਤੀ ਹੈ। ਜਿਹੜਾ ਇਸ ਜੁਗਤੀ ਨੂੰ ਸਮਝ ਲਵੇ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ, ਉਹ ਜਿਉਂਦਿਆਂ ਮੁਕਤਾ ਹੋ ਜਾਂਦਾ ਹੈ। ਜੀਵਨ ਮੁਕਤ ਸਵਾਖੀ ਹੈ, ਮਰ ਜੀਵੇ ਮਰਿਆ। ਜਿਉਂਦਿਆਂ ਮਰਨਾ ਹੈ ਕਿਹਨਾਂ ਨੇ? ਤ੍ਰਿਸ਼ਨਾ ਨੇ ਮਰ ਜਾਣਾ ਹੈ, ਤ੍ਰਿਸ਼ਨਾ ਨੇ ਬੁੱਝ ਜਾਣਾ ਹੈ, ਤ੍ਰਿਸ਼ਨਾ ਨੇ ਖਤਮ ਹੋ ਜਾਣਾ ਹੈ। ਜਦੋਂ ਤ੍ਰਿਸ਼ਨਾ ਬੁੱਝ ਜਾਏਗੀ ਤੇ ਫਿਰ ਕੀ ਹੋਏਗਾ ਭਾਈ? ਤੇਰੇ ਜਿਹੜੇ ਜੰਮੜ ਮਰਨ ਦਾ ਗੇੜ ਹੈ ਉਹ ਮੁੱਕ ਜਾਵੇਗਾ। ਕੀ ਬਣ ਜਾਵੇ? ਰਾਜ ਨਾ ਚਾਹੋ ਮੁਕਤ ਨਾ ਚਾਹੋ, ਸਾਰੀਆਂ ਤ੍ਰਿਸ਼ਨਾਵਾਂ ਬੁੱਝ ਜਾਣ, ਇੱਕ ਤ੍ਰਿਸ਼ਨਾ ਆਖਰੀ ਹੋਵੇ, ਕਿਹੜੀ? ਵੀ ਮੈਨੂੰ ਮੁਕਤੀ ਮਿਲ ਜਾਵੇ, ਤਾਂ ਵੀ ਨਹੀਂ ਮਿਲੇਗੀ। ਗੁਰੂ ਕੀ ਕਹਿੰਦਾ? ਰਾਜ ਨਾ ਚਾਹੋ ਮੁਕਤ ਨਾ ਚਾਹੋ, ਮੈਨੂੰ ਰਾਜ ਗੱਦੀਆਂ ਦੀ ਲੋੜ ਨਹੀਂ, ਮੈਨੂੰ ਮੁਕਤੀ ਦੀ ਲੋੜ ਨਹੀਂ। ਕਾਹਦੀ ਲੋੜ ਹੈ? ਮਨ ਪ੍ਰੀਤ ਚਰਨ ਕਮਲਾ ਰਹੇ। ਜਦੋਂ ਇਹ ਗੱਲ ਬਣੇਗੀ ਕਿ ਤੇਰੇ ਨਾਮ ਦੀ ਦਾਤ, ਤੇਰੇ ਚਰਨਾਂ ਦਾ ਪਿਆਰ ਬਣ ਜਾਵੇਗਾ, ਤੇ ਫਿਰ ਬਹੁਤੇ ਫੇਰ ਪੈ ਕਿਰਪਨ ਕੋ। ਜਿਹੜੇ ਸਾਡੇ ਚੱਕਰ ਪਏ ਨੇ ਨਾ, ਇਹ ਜਿਹੜੇ ਚੱਕਰ ਵਿਊ 'ਚ ਫਸੇ ਹੋਏ 84 ਲੱਖ ਦੇ, ਮੈਂ ਕਹਿੰਦਾ ਨਾ ਕਿ ਇੱਕ ਗੱਲ ਸੰਗਤ ਜੀ ਆਪਣੇ ਅੰਦਰ ਝਾਤ ਮਾਰੀਏ। ਕੋਈ ਬੰਦਾ ਪਹਿਲੀ ਮੰਜ਼ਿਲ ਤੇ ਚੜ੍ਹ ਕੇ ਜਾਵੇ, ਕਿਸੇ ਸੱਜਣ ਦਾ ਘਰ ਹੋਏ, ਕਹਿੰਦਾ ਬੜੀ ਦੂਰ ਭਾਈ ਥੱਕ ਗਏ। ਦੂਜੀ ਤੇ ਹੋਵੇ ਉਦੋਂ ਵੀ, ਕਈ ਵਾਰ ਵੱਡੇ ਵੱਡੇ ਸ਼ਹਿਰਾਂ 'ਚ 10-10 20-20 ਮੰਜ਼ਿਲਾਂ ਵੀ ਚੜ੍ਹਨਾ ਪੈਂਦਾ, ਤੇ ਜੇ 10 ਕੁ ਮੰਜ਼ਿਲਾਂ 20 ਮੰਜ਼ਿਲਾਂ ਪੌੜੀਆਂ ਚੜ੍ਹ ਕੇ ਜਾਣਾ ਹੋਵੇ ਤੇ ਹੌਸ ਜਾਈਦਾ ਨਾ, ਥੱਕ ਜਾਈਦਾ ਹੈ, ਸਾਹ ਨਹੀਂ ਰਲਦਾ। ਪਰ ਜੇ ਕਿਸੇ ਨੇ ਲੱਖ ਪੌੜੀ ਚੜ੍ਹਨੀ ਹੋਵੇ, 100 ਪੌੜੀ ਚੜ੍ਹਨੀ ਹੋਵੇ ਔਖੀ ਹੈ, ਜੇ ਲੱਖ ਪੌੜੀ ਚੜ੍ਹਨੀ ਹੋਵੇ, ਜੇ 84 ਲੱਖ ਪੌੜੀ ਚੜ੍ਹਨੀ ਹੋਵੇ, ਇਹ ਜਿਹੜਾ 84 ਲੱਖ ਦਾ ਗੇੜੇ ਕਹਿ ਲਓ ਵੀ ਇੱਕ ਜਨਮ ਇੱਕ ਪੌੜਾ ਕਹਿ ਲਓ ਪੌੜੀ ਦਾ, ਤੇ ਇੰਨੀਆਂ ਪੌੜੀਆਂ ਚੜ੍ਹ ਕੇ ਏਡੀ ਉੱਚੀ ਮੰਜ਼ਿਲ ਤੇ ਗਿਆ ਹੋਵੇ, 84 ਲੱਖ ਪੌੜੀ ਚੜ੍ਹ ਕੇ ਗਿਆ ਹੋਵੇ ਉੱਪਰਲੀ ਮੰਜ਼ਿਲ ਤੇ ਉਸ ਇਹ ਹੈ ਸਾਡਾ ਜਿਹੜਾ ਮਨੁੱਖਾ ਦੇਹੀ ਹੈ ਨਾ, ਇਹ 84 ਲੱਖ ਪੌੜੀ ਦਾ ਸਭ ਤੋਂ ਉੱਪਰਲਾ ਪੌੜਾ। ਇੱਥੋਂ ਕਿਸੇ ਦਾ ਪੈਰ ਤਿਲਕ ਜਾਵੇ ਤੇ ਫਿਰ ਥੱਲੇ ਤੱਕ ਉਹਦਾ ਪੈਰ ਲੱਗਣਾ ਨਹੀਂ। ਜੇ ਮਨੁੱਖਾ ਦੇਹੀ ਵਿੱਚ ਇਹਨੇ ਮੁਕਤੀ ਹਾਸਲ ਨਾ ਕੀਤੀ ਤੇ ਮੁੜ ਕੇ 84 ਲੱਖ ਦਾ ਚੱਕਰਵਿਊ ਦੁਬਾਰਾ ਸ਼ੁਰੂ ਹੋ ਜਾਣਾ ਹੈ। ਇਹ ਪਹਿਲੇ ਚੱਕਰਵਿਊ ਚੋਂ ਨਿਕਲ ਕੇ ਮਨੁੱਖਾ ਦੇਹੀ ਤੱਕ ਮਨੁੱਖ ਪਹੁੰਚੇ ਤੇ ਇੱਥੇ ਹੀ ਇਹਨੇ ਮੁਕਤੀ ਹਾਸਲ ਕਰਨੀ ਹੈ। ਸਮਝਣ ਦੀ ਇਹ ਕੋਸ਼ਿਸ਼ ਸਤਿਗੁਰੂ ਜੀ ਕੀ ਸਮਝਾਉਂਦੇ ਆ? ਬਹੁਤੇ ਫੇਰ ਪਏ ਕਿਰਪਨ ਕਹੋ,
ਅਬ ਕਿਛ ਕਿਰਪਾ ਕੀਚੇ। ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰ ਦਿਓ, ਸਾਡਾ ਇਹ ਚੱਕਰ ਵੀ ਕੱਟ ਦਿਓ, ਸਾਨੂੰ ਦੁਬਾਰਾ 84 ਦੇ ਚੱਕਰ 'ਚ ਨਾ ਪੈਣਾ ਪਵੇ। ਸਤਿਗੁਰੂ ਜੀ ਸਮਝਾਉਂਦੇ ਹਨ, ਓਹ ਦਇਆਲ ਦਰਸ਼ਨ ਦੇਹੁ ਆਪਣਾ, ਐਸੀ ਬਖਸ਼ ਕਰੀਜੈ। ਇਹ ਕਿਰਪਾ ਕਰੋ, ਹੋ ਦਇਆਲ, ਤੁਸੀਂ ਦਇਆਵਾਨ ਹੋ ਤੇ ਦਇਆ ਕਰੋ ਸਾਡੇ ਤੇ, ਮਿਹਰ ਕਰੋ। ਕੀ ਕਰੋ? ਸਤਿਗੁਰੂ ਜੀ ਦਰਸ਼ਨ ਦਿਓ। ਸਤਿਗੁਰੂ ਦਰਮਾਂਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ। ਦਰਸ਼ਨ ਦੀਜੈ ਖੋਲ ਕੇ ਵਾਰ। ਕਿਰਪਾ ਕਰੋ ਸਾਨੂੰ ਆਪਣਾ ਦਰਸ਼ਨ ਦੀਦਾਰ ਬਖਸ਼ ਦਿਓ। ਜਦੋਂ ਪਰਮਾਤਮਾ ਦਾ ਦਰਸ਼ਨ ਆਤਮਾ ਦੇ ਅੰਦਰ ਹੋ ਜਾਏਗਾ, ਉਹ ਦਰਸ਼ਨ ਕੀ ਹੋਣਾ ਹੈ ਕਿ ਆਤਮਾ ਨੇ ਪਰਮਾਤਮਾ ਨੂੰ ਪਹਿਚਾਣ ਜਾਣਾ ਹੈ ਕਿ ਇਹ ਜਿਹੜੀ ਅੰਸ਼ ਹੈ ਇਹਦਾ ਅਸਲ 'ਚ ਕੀ ਹੈ ਕਿ ਆਤਮਾ ਤੇ ਪਰਮਾਤਮਾ ਦੇ ਵਿਚਕਾਰ ਇੱਕ ਵੱਡਾ ਕਲਾ ਬਣਿਆ ਹੋਇਆ ਹੈ, ਉਹ ਹੈ ਝੂਠ ਦਾ। ਮੈਂ ਕਿੱਦਾਂ ਦੱਸ, ਪਹਿਲਾਂ ਮੈਨੂੰ ਸਮਝ ਆਈ ਕਿ ਅਸੀਂ ਜਿਹੜਾ ਇੱਕ ਝੂਠ ਬੋਲਿਆ ਤੇ ਆਤਮਾ ਤੇ ਪਰਮਾਤਮਾ ਦੇ ਵਿਚਕਾਰ ਇੱਕ ਇੱਟ ਲਾ ਲਈ, 2 ਬੋਲੇ 2 ਲਾ ਲਈਆਂ, 100 ਬੋਲਿਆ 100 ਇੱਟ ਲਾ ਲਈ। ਹੁਣ ਸਮਝ ਗਲਤ, ਮੈਂ ਕਿਹਾ ਮੈਂ ਗਲਤ ਅਰਥ ਕਰ ਰਿਹਾ। ਹੁਣ ਸਮਝ ਇੱਕ ਹੋਰ ਆਈ ਵੀ ਇੱਕ ਝੂਠ ਬੋਲਿਆ, ਇੱਕ ਦੀਵਾਰ ਖੜੀ ਕਰ ਲਈ, 2 ਝੂਠ ਬੋਲੇ 2। ਜੇ ਅਸੀਂ ਹਜ਼ਾਰਾਂ ਝੂਠ ਬੋਲ ਕੇ ਹਜ਼ਾਰਾਂ ਹੀ ਆਪਣੀ ਆਤਮਾ ਤੇ ਪਰਮਾਤਮਾ ਦੇ ਵਿਚਕਾਰ ਦੀਵਾਰਾਂ ਖੜੀਆਂ ਕਰ ਲਈਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ, ਭਾਈ ਕਿਰਪਾ ਕਰੋ। ਦਰਸ਼ਨ ਕਿਵੇਂ ਹੋਏਗਾ? ਰਸਤੇ 'ਤੇ ਦੀਵਾਰਾਂ ਝੂਠ ਦੀਆਂ ਖੜੀਆਂ ਹੋਈਆਂ ਹੈ, ਜਦੋਂ ਤੱਕ ਇਹ ਝੂਠ ਦੀ ਦੀਵਾਰ ਨਹੀਂ ਟੱਠੇਗੀ ਉਨੀ ਦੇਰ ਤੱਕ ਪਰਮਾਤਮਾ ਦਾ ਦੀਦਾਰ ਨਹੀਂ ਹੋਏਗਾ। ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜਾ ਟੁੱਟਾ ਪਾਲ ਤੇ ਟੱਠ ਜਾਏ, ਕਿਵੇਂ ਹੁਕਮ ਰਜਾਈ ਚੱਲਣਾ ਜਦੋਂ ਉਹਦੀ ਹੁਕਮ ਵਿੱਚ ਚੱਲਾਂਗੇ। ਕਿਰਪਾ ਕਰੋ ਹੋ ਦਇਆਲ ਦਰਸ਼ਨ ਦੇਹੋ ਆਪਣਾ, ਆਪਣਾ ਦਰਸ਼ਨ ਬਖਸ਼ਿਸ਼ ਕਰੋ, ਪਰਮਾਤਮਾ ਦਾ ਦੀਦਾਰ ਬਖਸ਼ਿਸ਼ ਹੋ ਜਾਵੇਗਾ। ਐਸੀ ਬਖਸ਼ ਕਰੀਜੇ, ਐਸੀ ਬਖਸ਼ਿਸ਼ ਕਰੋ। ਭਣਤ ਨਾਨਕ ਭਰਮ ਪਟ ਖੂਲੇ, ਗੁਰ ਪ੍ਰਸਾਦੀ ਜਾਣਿਆ। ਨਾਨਕ ਆਖਦਾ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਹਨ, ਕੀ ਕਹਿੰਦੇ ਨੇ? ਭਰਮ ਪਟ ਖੁੱਲੇ। ਜਿਹੜਾ ਅੰਦਰ ਭਰਮ ਦਾ ਪਰਦਾ ਸੀ ਨਾ, ਜਿਹੜਾ ਆਪਣੇ ਆਪ ਨੂੰ ਬੜਾ ਕੁਝ ਸਮਝੀ ਬੈਠਾ ਸੀ, ਇਹ ਭਰਮ ਦਾ ਪਰਦਾ ਟੁੱਟ ਗਿਆ, ਖਤਮ ਹੋ ਗਿਆ, ਮੁੱਕ ਗਿਆ। ਕਿਉਂਕਿ ਮਨੁੱਖ ਭਟਕਦਾ ਕਦੋਂ? ਜਦੋਂ ਭਰਮ ਵਿੱਚ ਹੁੰਦਾ ਹੈ। ਤੇ ਜਦੋਂ ਭਰਮ ਦਾ ਪਰਦਾ ਮੁੱਕ ਜਾਏ ਵੀ ਮੇਰੇ ਤੇ ਕੁਝ ਵੀ ਨਹੀਂ, ਮੇਰੀ ਹੋਂਦ ਹਸਤੀ ਹੈ ਹੀ ਨਹੀਂ, ਤੇ ਫਿਰ ਇਹ ਕਦੋਂ ਹੁੰਦੀ ਹੈ? ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ। ਗੁਰੂ ਦੀ ਕਿਰਪਾ ਦੁਆਰਾ ਹੀ ਇਹ ਰਹਿਮਤ ਹੁੰਦਾ ਹੈ। ਗੁਰੂ ਨੇ ਕਿਰਪਾ ਕੀਤੀ, ਜਦੋਂ ਗੁਰੂ ਦੀ ਸ਼ਰਨ ਵਿੱਚ ਆਏ ਤੇ ਗੁਰੂ ਨੇ ਤਰਸ ਕਰਕੇ ਉਹ ਰਸਤਾ ਦਿਖਾਇਆ, ਭਰਮ ਅੰਦਰੋਂ ਕੱਢ ਦਿੱਤਾ, ਭੁਲੇਖਾ ਦੂਰ ਕਰ ਦਿੱਤਾ, ਆਪਣੇ ਆਪ ਬਾਰੇ ਸਮਝ ਆ ਗਈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ ਆ ਕਿ ਭਾਈ ਇਹ ਗੁਰੂ ਦੀ ਕਿਰਪਾ ਦੁਆਰਾ ਅੰਦਰੋਂ ਜਿਹੜਾ ਭਰਮ ਦਾ ਪਰਦਾ ਸੀ ਉਹ ਚੁੱਕਿਆ ਗਿਆ। ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ। ਸਾਚੀ ਲਿਵ, ਅਸਲ ਲਿਵ, ਸੱਚੀ ਲਿਵ ਜਿਹੜੀ ਹੈ ਨਾ, ਜਦੋਂ ਆਤਮਾ ਦੇ ਅੰਦਰ ਸੱਚ ਹੋਵੇਗਾ, ਸੱਚ ਦੀ ਲਿਵ ਹੋਏਗੀ, ਪਰਮਾਤਮਾ ਦੇ ਨਾਲ ਪ੍ਰੀਤ ਸੱਚੀ ਹੋਏਗੀ, ਦਿਖਾਵੇ ਦੀ ਨਹੀਂ, ਛਲ ਦੀ ਨਹੀਂ, ਕਪਟ ਦੀ ਨਹੀਂ। ਕਿਉਂਕਿ ਦਿਖਾਵਾ ਬਹੁਤ ਕਰਦੇ ਨੇ ਲੋਕ, ਭੇਖ ਦਿਖਾਵਣ ਜਗਤ ਕੋ ਲੋਗਨ ਕੋ ਬਾਸਕੀਨ, ਕਈ ਤਰ੍ਹਾਂ ਦੇ ਢੌਂਗ ਕਰਦੇ ਨੇ, ਪਰ ਕੋਈ ਢੌਂਗ ਦੀ ਲਿਵ ਨਹੀਂ ਹੋਣੀ ਚਾਹੀਦੀ ਵੀ ਅੱਖਾਂ ਮੀਟ ਕੇ ਬੰਗਲੇ ਵਾਲੀ ਸਮਾਧੀ ਲਾਈ ਹੋਵੇ। ਪ੍ਰੀਤ ਹੋਵੇ ਸੱਚੀ, ਅੱਖਾਂ ਭਾਵੇਂ ਨਾ ਵੀ ਮੀਟੀਆਂ ਹੋਣ, ਭਾਵੇਂ ਕਿਰਤ ਕਰਦਾ ਹੋਵੇ, ਕੰਮਕਾਰ ਕਰਦਾ ਹੋਵੇ, ਕੰਮ ਕਰਦਿਆਂ ਵੀ ਰੱਬ ਦੀ ਪ੍ਰਾਪਤੀ ਹੋ ਜਾਂਦੀ ਹੈ, ਕਿਰਤ ਕਰਦਿਆਂ ਵੀ ਰੱਬ ਦੀ ਪ੍ਰਾਪਤੀ ਹੋ ਜਾਂਦੀ ਹੈ, ਪਰ ਪ੍ਰੀਤ ਸੱਚੀ ਹੋਣੀ ਚਾਹੀਦੀ ਹੈ। ਪ੍ਰੀਤ ਵਿੱਚ ਝੂਠ ਨਹੀਂ, ਲਿਵ ਵਿੱਚ ਝੂਠ ਹੀ ਨਹੀਂ ਹੋਣੀ ਚਾਹੀਦਾ। ਸਤਿਗੁਰੂ ਜੀ ਕਹਿੰਦੇ ਜੇ ਮਨ ਵਿੱਚ ਭੀਤਰ, ਰਾਰੇ ਨੂੰ ਸਿਹਾਰੀ ਹੈ, ਇੱਥੇ ਵਿੱਚ ਆ ਜਾਏਗਾ, ਇਹ ਵੀ ਕਾਰਕ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਮਨ ਦੇ ਅੰਦਰ ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ, ਤੇ ਸੱਚੇ ਗੁਰੂ ਦੁਆਰਾ ਮਨ ਜਿਹੜਾ ਹੈ ਉਹ ਮੰਨ ਜਾਂਦਾ ਹੈ। ਜਦੋਂ ਪ੍ਰੀਤ ਲੱਗ ਜਾਂਦੀ ਹੈ ਗੁਰੂ ਦੀ, ਜਦੋਂ ਗੁਰੂ ਨਾਲ ਪ੍ਰੀਤ ਲੱਗੇਗੀ ਗੱਲ ਉਦੋਂ ਬਣਨੀ ਹੈ। ਪ੍ਰੀਤ ਗੁਰੂ ਨਾਲ ਜੁੜਨੀ ਹੈ, ਤੇ ਗੁਰੂ ਨਾਲ ਪ੍ਰੀਤ ਓਨੀ ਦੇਰ ਤੱਕ ਜੁੜਨੀ ਨਹੀਂ ਜਿੰਨੀ ਦੇਰ ਤੱਕ ਅਸੀਂ ਪੰਜਾਂ ਦੇ ਪੇਸ਼ ਹੋ ਕੇ ਅੰਮ੍ਰਿਤ ਛਕ ਕੇ ਨਾਮ ਨੂੰ ਲੈ ਕੇ ਜਪਣਾ ਨਹੀਂ ਸ਼ੁਰੂ ਕਰਦੇ। ਨਹੀਂ ਤੇ ਅਸੀਂ ਪਖੰਡ ਢੌਂਗ ਬਹੁਤ ਕਰੀ ਜਾਂਦੇ ਜੀ, ਪਰ ਉਨੀ ਦੇਰ ਤੱਕ ਸਫਲਤਾ ਹੀ ਨਹੀਂ ਮਿਲਣੀ ਜਿੰਨੀ ਦੇਰ ਤੱਕ ਅਸੀਂ ਜਿਹੜਾ ਗੁਰੂ ਨੇ ਮਾਰਗ ਦੱਸਿਆ, ਜੇ ਲੋੜ ਨਾ ਹੁੰਦੀ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਅੰਮ੍ਰਿਤ ਨਾ ਛਕਾਉਂਦੇ, ਨਾ ਕਹਿੰਦੇ ਬਖਸ਼ਦੇ। ਜਦੋਂ ਗੁਰੂ ਨੇ ਇਹ ਸਾਨੂੰ ਮਾਰਗ ਦੱਸਿਆ ਤੇ ਸਿੱਖਾਂ ਵਾਸਤੇ ਖੰਡੇ ਬਾਟੇ ਦੀ ਪੌਲ ਛਕੀਏ, 5 ਪਿਆਰੇ ਸਾਹਿਬਾਨ ਦੇ ਪੇਸ਼ ਹੋਈਏ ਤੇ ਬਾਣੀ ਤੇ ਬਾਣੇ ਦੇ ਧਾਰਨੀਏ। ਸਿੱਖੋ ਗੱਲ ਇੱਕ ਯਾਦ ਰੱਖਿਓ, ਜੇ ਸਾਡੇ ਅੰਦਰ
ਕਈ ਵਾਰ ਅਸੀਂ ਕਹਿ ਦਿੰਦੇ ਜੀ ਅੰਦਰੋਂ ਠੀਕ ਹੋਣਾ ਚਾਹੀਦਾ ਹੈ, ਅੰਦਰ ਚੰਗਾ, ਅੰਦਰ ਦੀ ਗੱਲ ਹੈ ਨਾ, ਅੰਦਰੋਂ ਠੀਕ ਹੋਣਾ ਚਾਹੀਦਾ ਹੈ। ਹਾਂ, ਇਹ ਗੱਲ ਬੜੀ ਕਲੀਅਰ ਹੈ ਕਿ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਵੇ, ਬਾਹਰ ਨਿਸ਼ਾਨ ਸਾਹਿਬ ਨਾ ਹੋਵੇ ਤੇ ਗੁਰਦੁਆਰਾ ਨਹੀਂ। ਪਰ ਜੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਕਈਆਂ ਨੇ ਘਰਾਂ 'ਚ ਵੀ ਬੜੇ ਅਦਬ ਸਤਿਕਾਰ ਸਹਿਤ ਕੀਤਾ ਹੋਇਆ ਹੈ, ਜੇ ਬਾਹਰ ਨਿਸ਼ਾਨ ਸਾਹਿਬ ਹੋਵੇ, ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਹੋਵੇ ਗੁਰਦੁਆਰਾ ਤਾਂ ਵੀ ਨਹੀਂ, ਕਿਉਂਕਿ ਸਿੱਖ ਦੇ ਅੰਦਰ ਗੁਰੂ ਕੀ ਬਾਣੀ ਦਾ ਸਿਧਾਂਤ ਵਸਿਆ ਹੋਣਾ ਚਾਹੀਦਾ ਹੈ, ਰੱਬ ਨਾਲ ਪ੍ਰੀਤ ਵਾਲਾ ਸਿਧਾਂਤ, ਸੱਚ ਵਾਲਾ ਸਿਧਾਂਤ ਹੋਣਾ ਚਾਹੀਦਾ ਹੈ, ਤੇ ਬਾਹਰ 5 ਕਕਾਰੀ ਵਰਦੀ ਹੋਣੀ ਚਾਹੀਦੀ। ਸਿੱਖ ਤਾਂ ਮੁਕੰਮਲ ਜੇ, ਤੇ ਜੇ ਕਹਿੰਦਾ ਵੀ ਮੈਂ ਬਾਣੀ ਪੜ੍ਹਦਾ ਅੰਦਰੋਂ ਠੀਕ ਆ, ਬਾਹਰੋਂ ਅੰਮ੍ਰਿਤ ਨਹੀਂ ਛਕਿਆ, 5 ਕਕਾਰੀ ਵਰਦੀ ਨਹੀਂ, ਸਿੱਖ ਤਾਂ ਵੀ ਅਧੂਰਾ। ਤੇ ਜੇ 5 ਕਕਾਰੀ ਵਰਦੀ ਹੈ, ਅੰਦਰ ਬਾਣੀ ਨਹੀਂ, ਸਿੱਖ ਤਾਂ ਵੀ ਅਧੂਰਾ। ਅੰਦਰ ਬਾਣੀ ਹੋਵੇ, ਬਾਹਰ ਬਾਣਾ ਹੋਵੇ, ਸਿੱਖ ਤਾਂ ਮੁਕੰਮਲ ਹੈ। ਸੰਗਤ ਜੀ, ਅੰਦਰੋਂ ਤੇ ਬਾਹਰੋਂ ਮੁਕੰਮਲ ਹੋ ਜਾਓ ਤੇ ਦੁਨੀਆ ਦੀਆਂ ਰਾਜ ਸ਼ਕਤੀਆਂ ਤੁਹਾਡੇ ਚਰਨਾਂ ਵਿੱਚ ਆ ਜਾਣਗੀਆਂ। ਭੁੱਲ ਚੁੱਕ ਦੀ ਖਿਮਾ ਮੈਂ ਸਮੁੱਚੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ ਤੇ ਵਿਸ਼ੇਸ਼ ਤੌਰ ਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਦੀਦਾਰ ਕਰਵਾਏ, ਔਰ ਸਮੁੱਚੇ ਭਾਈ ਰਣਜੀਤ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਪਾਵਨ ਪਵਿੱਤਰ ਇਹ ਹੁਕਮਨਾਮਾ ਅੱਜ ਸਰਵਣ ਕਰਾਇਆ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੇਰੀਆਂ ਭੁੱਲਾਂ ਮੇਰੀ ਝੋਲੀ ਵਿੱਚ ਗੁਰੂ ਦੇ ਬਚਨ ਆਪਣੇ ਹਿਰਦੇ 'ਚ ਵਸਾ ਕੇ ਇੱਕ ਅਰਦਾਸ ਸੰਗਤ ਜੀ ਮੇਰੇ ਵਾਸਤੇ ਗੁਰੂ ਚਰਨਾਂ 'ਚ ਕਰ ਦੇਣੀ। ਸੱਚੇ ਪਾਤਸ਼ਾਹ ਬੇਸ਼ੱਕ ਗਰੀਬੀ ਦਾ ਰਾਜ ਬਖਸ਼ੀ, ਇਹ ਪਰਸੀਸ ਤੇ ਸਿੱਖੀ ਦਾ ਤਾਜ ਬਖਸ਼ੀ। ਆਓ ਆਖਰੀ ਪੰਕਤੀਆਂ ਪੜ੍ਹ ਕੇ ਗੁਰਫਤਿਹ ਦੀ ਸਾਂਝ ਕਰੀਏ। ਭਨਤ ਨਾਨਕ ਭਰਮ ਪਟ ਖੂਲੇ, ਗੁਰ ਪ੍ਰਸਾਦੀ ਜਾਣਿਆ, ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।